ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤਿ ਗਿਆਨ ਟੀਵੀ ਚੈਨਲ ਵੱਲੋਂ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਬਹੁਤ ਲੰਮੇ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਾਡੇ ਸਿੱਖ ਮਾਈ ਭਾਈ ਵੱਲੋਂ ਜੋ ਸਵਾਲ ਕਰਨੇ ਚਾਹੀਦੇ ਨੇ ਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਗੁਰਦੁਆਰਿਆਂ ਚੋਂ ਮਿਲਣਾ ਚਾਹੀਦਾ ਹੈ, ਉਹ ਨਹੀਂ ਹੋ ਰਿਹਾ ਸੀ। ਪਹਿਲੀ ਗੱਲ ਤਾਂ ਸਵਾਲ ਕਰਨ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ। ਕਿਸੇ ਵੀ ਗੁਰਦੁਆਰੇ 'ਚ ਸਵਾਲ ਜਵਾਬ ਦਾ ਪ੍ਰੋਗਰਾਮ ਹੀ ਨਹੀਂ ਹੈ ਤੇ ਕਥਾ ਕਰਨ ਵਾਲੇ ਕਥਾ ਕਰ ਜਾਂਦੇ ਨੇ, ਕੀਰਤਨ ਕਰਨ ਵਾਲੇ ਕੀਰਤਨ ਕਰ ਜਾਂਦੇ ਨੇ, ਗੁਰਦੁਆਰਾ ਕਮੇਟੀਆਂ ਵਾਲੇ ਸਮਾਗਮ ਤਾਂ ਬਹੁਤ ਮਨਾ ਲੈਂਦੇ ਨੇ, ਪਰ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ। ਤੇ ਜਿਹੜੀ ਗੁਰਮਤ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ, ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੈ। ਆਪਣੇ ਤੌਰ ਤੇ ਕੁਝ ਜਥੇਬੰਦੀਆਂ ਨੇ ਸੰਥਾ ਪਾਠ ਸ਼ੁੱਧ ਉਚਾਰਨ ਆਦਿਕ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ, ਪਰ ਉਹ ਵੀ ਉਹਨਾਂ ਦੇ ਆਪਸੀ ਮਤਭੇਦ ਬਹੁਤ ਨੇ, ਵਿਚਾਰ ਨਹੀਂ ਮਿਲਦੇ। ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਨੌਜਵਾਨ ਸਵਾਲ ਕਰਨਗੇ WhatsApp ਦੇ ਉੱਤੇ ਲਿਖ ਕੇ ਜਾਂ ਬੋਲ ਕੇ, ਸੰਖੇਪ ਦੇ ਵਿੱਚ ਉਹ ਆਪਣਾ ਸਵਾਲ ਭੇਜਣ। ਮੈਂ ਆਪਣੀ ਬੁੱਧੀ ਅਨੁਸਾਰ ਜਿਤਨਾ ਕੁ ਗੁਰਮਤ ਦੀ ਮੈਂ ਸਟੱਡੀ ਕੀਤੀ ਹੈ ਉਹਦੇ ਅਨੁਸਾਰ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇਣ ਦਾ ਉਪਰਾਲਾ ਕਰਾਂਗਾ। ਕੋਈ ਗਰੰਟੀ ਨਹੀਂ, ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਕਿ 100% ਮੈਂ ਜਵਾਬ ਸਹੀ ਦੇ ਸਕਾਂਗਾ। ਕਮੀ ਹੋ ਸਕਦੀ ਹੈ। ਜਿਹੜੀ ਤੁਹਾਨੂੰ ਕਮੀ ਲੱਗੇ ਤੁਸੀਂ ਦੂਰ ਕਰਨ ਦਾ, ਉਹਨੂੰ ਨਜ਼ਰ ਅੰਦਾਜ਼ ਕਰਨ ਦਾ ਪੂਰਾ ਹੱਕ ਰੱਖਦੇ ਹੋ। ਜਿਹੜੀਆਂ ਗੱਲਾਂ ਚੰਗੀਆਂ ਲੱਗਣ ਉਹਨਾਂ ਨੂੰ ਅਪਣਾ ਸਕਦੇ ਹੋ। ਮੈਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ, ਇਤਿਹਾਸ ਅਤੇ ਹੋਰ ਪ੍ਰੈਕਟੀਕਲ ਜ਼ਿੰਦਗੀ ਦੇ ਰਾਹੀਂ ਬਹੁਤ ਕੁਝ ਸਿੱਖਿਆ, ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਾਂਗਾ। ਉਮੀਦ ਹੈ ਤੁਸੀਂ ਇਸ ਨੂੰ ਹੋਰ ਦਿਲਚਸਪੀ ਦੇ ਨਾਲ ਅਪਣਾਓਗੇ ਅਤੇ ਆਪਣੇ ਦਿਲ ਦੇ ਵਿੱਚ ਗੁਰਮਤ ਨਾਲ ਸੰਬੰਧਿਤ ਜੋ ਸਵਾਲ ਉੱਠਣਗੇ ਉਹ ਸਾਨੂੰ ਲਿਖ ਕੇ ਜਾਂ ਬੋਲ ਕੇ ਭੇਜੋਗੇ। ਅਸੀਂ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਨੰਬਰ 91। ਇੱਕ ਵੀਰ ਨੇ ਇਹ ਸਵਾਲ ਭੇਜਿਆ ਹੈ, ਨਾਮ ਇੱਥੇ ਨਹੀਂ ਲਿਖਿਆ। ਮਲਾਰ ਸੀਤਲ ਰਾਗ ਹੈ, ਹਰ ਧਿਆਇਐ ਸ਼ਾਂਤ ਹੋਏ। 1283 ਪੰਨੇ ਤੇ ਇਹ ਸ਼ਬਦ ਦਰਜ ਹੈ। ਇਸ ਦੇ ਵਿੱਚ ਸਵਾਲ ਇਹ ਪੁੱਛਿਆ ਗਿਆ ਹੈ ਕਿ ਕੀ ਇਸ ਸ਼ਬਦ ਦੇ ਵਿੱਚ ਸਿਮਰਨ ਦੀ ਸ਼ਕਤੀ ਬਿਆਨ ਕੀਤੀ ਗਈ ਹੈ? ਕੀ ਰਾਗ ਦੇ ਰਾਹੀਂ ਮਨੁੱਖ ਸੀਤਲ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ? ਗੁਰਮੁਖ ਪਿਆਰਿਓ, ਜਦੋਂ ਆਪਾਂ ਸਾਰਾ ਸ਼ਬਦ ਪੜ੍ਹਾਂਗੇ ਤਾਂ ਗੱਲ ਦੀ ਸ਼ਬਦ ਦੇ ਵਿੱਚੋਂ ਹੀ ਜਵਾਬ ਮਿਲ ਜਾਂਦਾ ਹੈ। ਆਮ ਤੌਰ 'ਤੇ ਸਾਰੇ ਕਿਤੇ ਪ੍ਰਚਾਰਕ ਵੀ ਇਉਂ ਕਰਦੇ ਨੇ, ਸਾਧ ਸੰਤ ਵੀ ਇਵੇਂ ਹੀ ਕਰਦੇ ਨੇ, ਅਤੇ ਆਮ ਸੰਗਤਾਂ ਵੀ ਇਸੇ ਕਰਕੇ ਕੁਰਾਹੇ ਪੈਂਦੀਆਂ ਨੇ, ਭੰਬਲ ਭੂਸੇ ਵਿੱਚ ਪੈਂਦੀਆਂ ਨੇ ਕਿ ਇੱਕ ਪੰਗਤੀ ਚੁੱਕ ਕੇ ਆਪਣੀ ਮਰਜ਼ੀ ਦੀ ਸੁਣਾ ਦਿੱਤੀ ਜਾਂਦੀ ਹੈ, ਆਪਣੀ ਮਰਜ਼ੀ ਦੇ ਅਰਥ ਕਰ ਦਿੱਤੇ ਜਾਂਦੇ ਨੇ। ਸਾਰਾ ਸ਼ਬਦ ਪੜ੍ਹੇ ਤੋਂ ਬਿਨਾਂ ਸੈਂਟਰਲ ਆਈਡੀਆ ਸਾਨੂੰ ਨਹੀਂ ਮਿਲੇਗਾ। ਆਪਾਂ ਸ਼ਬਦ ਨੂੰ ਪੂਰਾ ਪੜ੍ਹਨ ਦਾ ਯਤਨ ਕਰੀਏ, ਉਹ ਤਰੀਕਾ ਅਪਣਾਈਏ ਕਿ ਕਿਸ ਤਰੀਕੇ ਮੈਂ ਆਪਣੇ ਘਰ ਪੋਥੀਆਂ ਰੱਖਾਂ, ਇਹਦਾ ਆਪ ਲੋੜ ਵੇਲੇ ਪਾਠ ਕਰਾਂ ਅਤੇ ਫਿਰ ਆਪ ਇਸ ਨੂੰ ਪੜ੍ਹ ਕੇ ਇਹਨੂੰ ਸਮਝਾਂ ਅਤੇ ਅੱਜ ਦੇ ਹਾਲਾਤ ਦੇ ਮੁਤਾਬਕ ਇਹਦੇ ਕੀ ਅਰਥ ਨੇ ਅਤੇ ਸਾਡੀ ਜ਼ਿੰਦਗੀ 'ਚ ਉਹਨਾਂ ਦੀ ਕੀ ਜਿਹੜੀ ਸਾਰਥਕਤਾ ਹੈ, ਇਹਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਗੁਰਬਾਣੀ ਨੂੰ ਪੜ੍ਹਿਆ ਜਾਵੇ। ਹੁਣ ਜਿਹੜਾ ਇਹਨਾਂ ਨੇ ਮਲਾਰ ਸੀਤਲ ਰਾਗ ਹੈ, ਇਦੋਂ ਪਹਿਲਾਂ ਇੱਕ ਸ਼ਲੋਕ ਪੜ੍ਹ ਲਈਏ ਆਪਾਂ। ਬਬੀਹਾ ਇਹ ਜਗਤ ਹੈ, ਮਤ ਕੋ ਭਰਮ ਭੁਲਾਏ। ਹੁਣ ਬਬੀਹੇ ਨੂੰ ਆਪਾਂ ਇੱਥੇ ਇੱਕ ਪ੍ਰਮਾਤਮਾ ਦੇ ਪ੍ਰਤੀ ਵਿਲਕਦਾ, ਕੁਰਲਾਉਂਦਾ, ਰੱਬ ਨੂੰ ਯਾਦ ਕਰਦਾ ਗੁਰਬਾਣੀ 'ਚ ਵੀ ਅਤੇ ਹੋਰਨਾਂ ਥਾਵਾਂ 'ਤੇ ਵੀ ਅਲੰਕਾਰਕ ਦੇ ਤੌਰ 'ਤੇ ਵਰਤਿਆ ਹੋਇਆ ਹੈ। ਜਦੋਂ ਕਿਸੇ ਮਨੁੱਖ ਨੂੰ ਆਪਾਂ ਕਿਸੇ ਗੱਲ ਵਾਸਤੇ ਵਿਆਕਲ ਦੇਖਦੇ ਹਾਂ ਤਾਂ ਉਹਨੂੰ ਬਬੀਹੇ ਦੇ ਨਾਲ ਤਸਬੀਹ ਦੇ ਦਿੱਤੀ ਜਾਂਦੀ ਹੈ। ਇੱਥੇ ਵੀ ਗੁਰੂ ਸਾਹਿਬ ਨੇ ਇਹੀ ਆਖਿਆ ਕਿ ਸਾਰਾ ਸੰਸਾਰ ਬਬੀਹੇ ਵਾਂਗੂ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ, ਹੋਰ ਕਿਸੇ ਭਰਮਾਂ 'ਚ ਨਾ ਪੈ ਜਾਓ। ਇਹ ਬਬੀਹਾ ਪਸ਼ੂ ਹੈ, ਇਸ ਨੂੰ ਬੂਝਣ ਨਾ ਹੈ। ਇੱਥੇ ਗੱਲ ਬਿਲਕੁਲ ਕਲੀਅਰ ਕਰ ਦਿੱਤੀ। ਉਹ ਭਾਈ ਇਹ ਤਾਂ ਜਾਨਵਰ ਹੈ, ਪਸ਼ੂ ਹੈ, ਬਬੀਹੇ ਨੂੰ ਤਾਂ ਕੋਈ ਸਮਝ ਨਹੀਂ ਹੈ। ਗੱਲ ਤਾਂ ਤੁਹਾਨੂੰ ਕੀਤੀ ਜਾ ਰਹੀ ਹੈ ਬਬੀਹੇ ਦੀ ਉਦਾਹਰਣ ਦੇ ਕੇ। ਅੰਮ੍ਰਿਤ ਹਰ ਕਾ ਨਾਮ ਹੈ, ਜਿਤ ਪੀਤੇ ਤਿਖ ਜਾਏ। ਪ੍ਰਭੂ ਪਰਮਾਤਮਾ ਦਾ ਨਾਮ, ਉਹਦੀ ਯਾਦ, ਉਹਦਾ ਨਿਯਮ, ਇਹ ਅੰਮ੍ਰਿਤ ਰੂਪ ਹੈ। ਇਸੇ ਨੂੰ ਸਮਝਣ ਦੇ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ ਘਟਣਗੀਆਂ, ਖਤਮ ਹੋਣਗੀਆਂ। ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜ ਨਾ ਲਾਗੀ ਆਏ। ਜਿਹਨਾਂ ਗੁਰਮੁਖਾਂ ਨੇ ਇਸ ਅੰਮ੍ਰਿਤ ਰੂਪੀ ਨਾਮ ਨੂੰ ਪੀ ਲਿਆ, ਉਹਨਾਂ ਨੂੰ ਬਾਰ-ਬਾਰ ਫਿਰ ਪਿਆਸ ਨਹੀਂ ਲੱਗਦੀ। ਹੁਣ ਜਿਹੜਾ ਇਹ ਅਗਲਾ ਸ਼ਲੋਕ ਹੈ ਜਿਸ ਦੇ ਵਿੱਚ ਭਾਈ ਨੇ ਸਵਾਲ ਕੀਤਾ, ਮਲਾਰ ਸੀਤਲ ਰਾਗ ਹੈ,
ਹਰ ਧਿਆਈਐ ਸ਼ਾਂਤ ਹੋਏ। ਭਾਈ ਮਲਾਰ ਰਾਗ ਨਹੀਂ ਸ਼ਾਂਤ, ਇੱਥੇ ਪ੍ਰਭੂ ਪਰਮਾਤਮਾ ਦਾ ਨਾਮ ਅਤੇ ਉਹਦਾ ਨਿਯਮ ਹੈ ਜਿਹੜਾ, ਉਹਦੀ ਗੱਲ ਹੋ ਰਹੀ ਹੈ। ਪਹਿਲਾਂ ਵੀ ਇਸ ਤਰ੍ਹਾਂ ਹੀ ਹੋਈ ਹੈ ਤੇ ਅੱਗੇ ਵੀ ਸਾਰੀ ਗੁਰਬਾਣੀ 'ਚ ਇਸ ਤਰ੍ਹਾਂ ਹੀ ਚੱਲਦਾ ਹੈ। ਮਨੁੱਖ ਨੂੰ ਅਡੋਲ, ਸ਼ਾਂਤ, ਬਹਾਦਰ, ਵਿਕਾਰਾਂ ਤੋਂ ਰਹਿਤ ਅਤੇ ਅਕਲਮੰਦ ਬਣਾਉਣ ਵਾਸਤੇ ਗੁਰਬਾਣੀ ਨੇ ਅਨੇਕਾਂ ਤਰੀਕੇ ਸਾਨੂੰ ਸਮਝਾਏ ਨੇ। ਮਲਾਰ ਸੀਤਲ ਰਾਗ ਹੈ। ਭਾਈ ਜੇ ਮਲਾਰ ਸੀਤਲ ਰਾਗ ਹੈ, ਲੋਕੀ ਕਹਿੰਦੇ ਨੇ ਇਨਸਾਨਾਂ ਤੂੰ ਵੀ ਸ਼ਾਂਤ ਹੋਣਾ ਹੈ, ਸੀਤਲ ਹੋਣਾ ਹੈ। ਹਰ ਧਿਆਈਐ ਸ਼ਾਂਤ ਹੋਏ। ਹਰ ਜਿਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ। ਜਦੋਂ ਪ੍ਰਭੂ ਪਰਮਾਤਮਾ ਕਿਰਪਾ ਕਰਦਾ, ਉਹਦੀ ਕਿਰਪਾ ਤਾਂ ਹੋਈ ਹੈ, ਤਾਂ ਸਾਰੇ ਸੰਸਾਰ ਤੇ ਹੀ ਕਿਰਪਾ ਕਰਦਾ, ਇੱਕ ਵਿਅਕਤੀ ਤੇ ਨਹੀਂ ਕਰਦਾ। ਉਹਨੇ ਆਪਣੀਆਂ ਬਰਕਤਾਂ ਰਹਿਮਤਾਂ ਦੇ ਰਾਹੀਂ ਸਾਰੀ ਦੁਨੀਆ ਤੇ ਸ੍ਰਿਸ਼ਟੀ ਤੇ ਕਿਰਪਾ ਕੀਤੀ ਹੋਈ ਹੈ। ਵਠੈ ਜੀ ਜੁਗਤ ਹੋਏ, ਧਰਣੀ ਨੂੰ ਸਿੰਗਾਰ ਹੋਏ। ਉਹ ਤਾਂ ਮਿਹਰਬਾਨ ਹੋ ਕੇ ਇੰਨਾ ਕੁਝ ਦੇ ਰਿਹਾ, ਸਾਰੀ ਧਰਤੀ ਨੂੰ ਰੰਗ ਲੱਗ ਜਾਂਦਾ, ਭਾਗ ਲੱਗ ਜਾਂਦੇ ਨੇ, ਸਾਰੀ ਸ਼ਿੰਗਾਰ ਨਾਲ ਭਰ ਜਾਂਦੀ ਹੈ। ਭਾਵ ਕਿ ਫੁੱਲ, ਫਲ, ਜੀਵ ਜੰਤ, ਪਸ਼ੂ ਪੰਛੀ, ਅਨੇਕਾਂ ਸੁੰਦਰ ਚੀਜ਼ਾਂ ਇੱਥੇ ਧਰਤੀ ਤੇ ਮੌਜੂਦ ਨੇ। ਨਾਨਕ ਇਹ ਜਗਤ ਸਭ ਜਲ ਹੈ, ਜਲ ਹੀ ਤੇ ਸਭ ਹੋਏ। ਹੇ ਭਾਈ, ਇਹ ਜਿਹੜਾ ਸੰਸਾਰ ਹੈ ਇਹ ਪਾਣੀ ਵਾਂਗ ਹੈ ਤੇ ਪਾਣੀ ਤੋਂ ਸਾਰਾ ਕੁਝ ਪੈਦਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਇਹ ਉਦਾਹਰਣਾਂ ਨੇ। ਗੁਰ ਪ੍ਰਸਾਦੀ ਕੋ ਬਿਰਲਾ ਬੂਝੈ, ਸੋ ਜਨ ਮੁਕਤ ਸਦਾ ਹੋਏ। ਗੁਰੂ ਦੀ ਕਿਰਪਾ ਦੇ ਨਾਲ ਵਿਰਲੇ ਇਨਸਾਨ ਨੂੰ ਇਹਨਾਂ ਡੂੰਘੀਆਂ ਗੱਲਾਂ ਰਮਜਾਂ ਦੀ ਸਮਝ ਆਉਂਦੀ ਹੈ ਤੇ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਉਹਨੂੰ ਕੋਈ ਬੰਧਨ, ਰੁਕਾਵਟ ਨਹੀਂ ਪਾ ਸਕਦਾ। ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਕੇ ਸੰਸਾਰ ਤੋਂ ਵਿਦਾ ਹੁੰਦਾ ਹੈ। ਉਹਨੂੰ ਪਛਤਾਉਣਾ ਨਹੀਂ ਪੈਂਦਾ ਕਿ ਮੇਰਾ ਜਨਮ ਲੈਣ ਦਾ ਕੀ ਫਾਇਦਾ ਹੋਇਆ। ਤੋ ਇਸ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਜ਼ਿੰਦਗੀ ਬਿਤਾਉਣੀ ਹੈ। ਸ਼ੀਤਲ ਰਾਗ ਆਪਣੇ ਆਪ ਦੇ ਵਿੱਚ ਸ਼ੀਤਲ ਨਹੀਂ ਹੈ, ਮਨੁੱਖ ਨੇ ਸ਼ੀਤਲ, ਸ਼ਾਂਤ, ਟਿਕਾਊ ਵਾਲਾ ਬਣਨਾ ਹੈ। ਸਵਾਲ ਨੰਬਰ 92, ਭਾਈ ਬਲਵਿੰਦਰ ਸਿੰਘ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਵਾਲ ਪੁੱਛਦੇ ਨੇ ਕਿ ਸਿੱਖ 2 ਵਿਆਹ ਕਰਵਾ ਸਕਦਾ ਹੈ? ਗੁਰੂ ਪਿਆਰ ਵਾਲਿਓ, ਅੱਜ ਸਾਰੀ ਦੁਨੀਆ ਦੇ ਵਿੱਚ ਮੁਸਲਮਾਨਾਂ ਤੋਂ ਸਿਵਾਏ ਇਹ ਅਸੂਲ ਪ੍ਰਵਾਨ ਕੀਤਾ ਜਾ ਚੁੱਕਿਆ ਹੋਇਆ ਹੈ ਕਿ ਔਰਤ ਅਤੇ ਪੁਰਸ਼, ਪਤੀ ਅਤੇ ਪਤਨੀ, ਇੱਕ ਪਤੀ ਇੱਕ ਪਤਨੀ ਹੀ ਸਭ ਤੋਂ ਸੁੰਦਰ ਤਰੀਕੇ ਦਾ ਜੀਵਨ ਜਾਚ ਹੈ। ਇਸ ਜੀਵਨ ਜਾਚ ਦੇ ਨਾਲ ਹੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕੀਤੀ ਜਾ ਸਕਦੀ ਹੈ। ਬੱਚਿਆਂ ਦੀ ਪਾਲਣਾ ਹੋ ਸਕਦੀ ਹੈ, ਪਰਿਵਾਰ ਦੀ ਸੰਭਾਲ ਹੋ ਸਕਦੀ ਹੈ। ਇੱਕ ਤੋਂ ਵੱਧ ਵਿਆਹ ਪੁਰਾਤਨ ਰਾਜੇ, ਅਮੀਰਾਂ ਆਦਿਕ ਦਾ ਧੱਕੇਸ਼ਾਹੀ ਦੇ ਨਾਲ ਆਪਣੀ ਹਵਸ ਪੂਰਤੀ ਵਾਸਤੇ ਇਹ ਸਾਰੇ ਕੰਮ ਕੀਤੇ ਜਾਂਦੇ ਸੀ ਤੇ ਇੱਕ ਆਦਮੀ ਬਹੁਤੀਆਂ ਔਰਤਾਂ ਨਾਲ ਕਦੇ ਵੀ ਇਨਸਾਫ ਨਹੀਂ ਕਰ ਸਕਦਾ, ਭਾਵੇਂ ਉਹ ਰਾਜਾ ਮਹਾਰਾਜਾ ਵੀ ਕਿਉਂ ਨਾ ਹੋਵੇ। ਮੈਂ ਇੱਕ ਥੋੜ੍ਹੀ ਜਿਹੀ ਇਹ ਗੱਲ ਵੀ ਕਹਿਣ ਤੇ ਮਜਬੂਰਾਂ ਨਹੀਂ ਤੇ ਸਮਝ ਨਹੀਂ ਆਉਣੀ ਕਈਆਂ ਵੀਰਾਂ ਨੂੰ ਕਿ ਇੱਕ ਆਦਮੀ ਇੱਕ ਤੋਂ ਵੱਧ ਔਰਤਾਂ ਦੀ ਸੈਕਸ ਲੋੜ ਪੂਰੀ ਵੀ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਉਹ ਤਾਕਤਵਰ ਹੋਵੇ। ਪੁਰਾਤਨ ਸਮਿਆਂ ਦੇ ਇਤਿਹਾਸ ਮੈਂ ਰਾਜੇ ਮਹਾਰਾਜਿਆਂ ਦੇ ਪੜ੍ਹੇ ਨੇ, ਜਿਨ੍ਹਾਂ ਨੇ ਬੇਅੰਤ ਔਰਤਾਂ ਰੱਖੀਆਂ ਹੁੰਦੀਆਂ ਸੀ। ਉਹਨਾਂ ਨੂੰ ਉਹਨਾਂ ਦੀ ਸ਼ਕਲ ਤੱਕ ਦਾ ਵੀ ਕਈ ਵਾਰੀ ਚੇਤਾ ਨਹੀਂ ਸੀ ਹੁੰਦਾ ਕਿ ਮੇਰੀਆਂ ਪਤਨੀਆਂ ਕਿਹੜੀਆਂ ਕਿਹੜੀਆਂ ਨੇ। ਪਟਿਆਲੇ ਵਾਲੇ ਰਾਜੇ ਬਾਰੇ ਇੱਕ ਇਹ ਵੀ ਮੈਂ ਪੜ੍ਹਿਆ ਕਿ ਉਹਦੀਆਂ 360 ਜਾਂ 65 ਔਰਤਾਂ ਸਨ। 1 ਸਾਲ ਤੋਂ ਬਾਅਦ ਇੱਕ ਔਰਤ ਦੀ ਵਾਰੀ ਆਉਂਦੀ ਸੀ। ਆਦਮੀ ਤਾਂ ਹਰ ਰੋਜ਼ ਆਪਣੀ ਸਰੀਰਕ ਲੋੜ ਪੂਰੀ ਕਰਨ ਵਾਸਤੇ ਨਵੀਂ ਆਪਣੀ ਪਤਨੀ ਨੂੰ ਆਪਣੇ ਬੈੱਡਰੂਮ ਵਿੱਚ ਬੁਲਾ ਲੈਂਦਾ ਹੈ, ਪਰ ਕਦੀ ਸੋਚ ਕੇ ਦੇਖੋ ਉਹਨਾਂ ਔਰਤਾਂ ਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਸਾਲ ਤੋਂ ਬਾਅਦ ਆਪਣੇ ਪਤੀ ਦੇ ਦਰਸ਼ਨ ਹੁੰਦੇ ਨੇ, ਸਰੀਰਕ ਲੋੜ ਪੂਰੀ ਹੁੰਦੀ ਹੈ। ਤੋ ਇਹ ਜਿਹੜਾ ਨਿਯਮ ਇਸਲਾਮ ਦੇ ਵਿੱਚ ਪ੍ਰਚਲਿਤ ਹੋ ਗਿਆ ਹੋਇਆ, ਇਹ ਉਸ ਜ਼ਮਾਨੇ ਦੀ ਜਦੋਂ ਮੁਹੰਮਦ ਸਾਹਿਬ ਨੇ ਇਹ ਸਾਰਾ ਕੁਝ ਲਿਖਿਆ ਜਾਂ ਉਹਨਾਂ ਦੇ ਉੱਤਰਾਧਿਕਾਰੀਆਂ ਨੇ ਲਿਖਿਆ, ਉਦੋਂ ਦੀ ਕੋਈ ਲੋੜ ਹੋ ਸਕਦੀ ਹੈ। ਪਰ ਅੱਜ ਸਰਬ ਪ੍ਰਵਾਨਿਤ ਨਿਯਮ ਸਾਰੀ ਦੁਨੀਆ ਦੇ ਵਿੱਚ ਇਹ ਹੈ ਕਿ ਇੱਕ ਪਤੀ ਇੱਕ ਪਤਨੀ ਹੀ ਸਭ ਤੋਂ ਵਧੀਆ ਜ਼ਿੰਦਗੀ, ਸੁਖੀ ਜੀਵਨ ਬਤੀਤ ਕਰ ਸਕਦੇ ਨੇ। ਇੱਕ ਤੋਂ ਵੱਧ ਸਿੱਖਾਂ ਦੇ ਵਿੱਚ ਵਿਆਹ ਕਰਾਉਣ ਦੀ ਪੂਰੀ ਤਰ੍ਹਾਂ ਮਨਾਹੀ ਹੈ, ਧਰਮ ਦੇ ਮੁਤਾਬਕ ਵੀ ਮਨਾਹੀ ਹੈ ਤੇ ਕਾਨੂੰਨ ਦੇ ਮੁਤਾਬਕ ਵੀ ਮਨਾਹੀ ਹੈ। ਤੇ ਰਹੀ ਇਹ ਗੱਲ ਕਿ ਕੋਈ ਬੰਦਾ ਭਾਰਤ ਤੋਂ ਬਾਹਰ ਰਹਿੰਦਾ ਹੈ, ਇਹ ਉਹ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰੇ, ਪਰ ਇਹਨੂੰ ਧਰਮ ਦੇ ਨਾਲ ਜੋੜਨ ਦੀ ਜ਼ਰੂਰਤ ਨਹੀਂ। ਜੇ ਫਰਜ਼ ਕਰੋ ਉਹਦੀ ਕੋਈ ਲੋੜ ਹੈ, ਪਹਿਲੀ ਗੱਲ ਕਿ ਉਹਦੇ ਬੱਚਾ ਨਹੀਂ ਹੈ ਜਾਂ ਉਹਦੀ ਪਤਨੀ ਜ਼ਿਆਦਾ ਕਿਸੇ ਦੀਰਘ ਰੋਗ ਦੇ ਵਿੱਚ ਹੈ ਜਾਂ ਕੋਈ ਹੋਰ ਵੱਡਾ ਕਾਰਨ ਹੈ, ਤਾਂ ਆਪਣੇ ਪਰਿਵਾਰ ਦੀ ਅਤੇ ਪਤਨੀ ਦੀ ਅਤੇ ਸਰਕਾਰੀ ਨਿਯਮਾਂ ਦੀ
ਸਾਰੀ ਗੱਲ ਨੂੰ ਸਮਝਣ ਵਿਚਾਰਨ ਤੋਂ ਬਾਅਦ ਜੇ ਦੂਜਾ ਵਿਆਹ ਕਰਾਉਣ ਦੀ ਲੋੜ ਪਵੇ ਤਾਂ ਕੀਤਾ ਜਾ ਸਕਦਾ ਹੈ, ਪਰ ਇੱਕ ਪਤਨੀ ਦੇ ਹੁੰਦਿਆਂ ਜਾਣਬੁੱਝ ਕੇ ਐਸ਼ ਪ੍ਰਸਤੀ ਵਾਸਤੇ ਦੂਜਾ ਵਿਆਹ ਕਰਾਉਣ ਦੀ ਸਿੱਖ ਧਰਮ ਦੇ ਵਿੱਚ ਇਜਾਜ਼ਤ ਨਹੀਂ ਹੈ। ਇੱਥੇ ਤਾਂ ਹਾਲਤ ਇਹ ਵਿਗੜੀ ਪਈ ਹੈ, ਜਿਹੜੇ ਲੋਕ ਅਯਾਸ ਕਿਸਮ ਦੇ ਨੇ, ਜਿਹੜੇ ਆਪ ਬਹੁਤੀਆਂ ਔਰਤਾਂ ਨਾਲ ਸੰਬੰਧ ਬਣਾ ਕੇ ਰੱਖਣਾ ਚਾਹੁੰਦੇ ਨੇ, ਉਹਨਾਂ ਨੇ ਤਾਂ ਗੁਰੂ ਸਾਹਿਬ ਦੇ ਵੀ ਕਈ ਵਿਆਹ ਕਰ ਦਿੱਤੇ ਨੇ, ਜਿਹੜਾ ਕਿ ਝੂਠ ਹੈ। ਗੁਰੂ ਸਾਹਿਬ ਸਾਡੀ ਜ਼ਿੰਦਗੀ ਦਾ ਮਾਡਲ ਸਨ। ਉਹ ਇੱਥੇ ਸਾਨੂੰ ਕੁਝ ਸਿਖਾਉਣ ਵਾਸਤੇ ਆਏ ਸਨ, ਨਾ ਕਿ ਐਸ਼ ਪ੍ਰਸਤੀ ਕਰਨ ਆਏ ਸਨ। ਇੱਥੇ ਤਾਂ ਝੂਠੀਆਂ ਕਹਾਣੀਆਂ ਰਾਹੀਂ ਗੁਰੂ ਸਾਹਿਬ ਨੂੰ ਵੀ ਕਲੰਕਿਤ ਕਰ ਦਿੱਤਾ ਹੈ। ਅਸੀਂ ਸਿੱਖਾਂ ਨੇ ਨਮੂਨੇ ਦੇ ਇਨਸਾਨ ਬਣਨਾ ਹੈ, ਅਸੀਂ ਕਲੰਕਿਤ ਅਤੇ ਘਟੀਆ ਅਜਿਹੇ ਇਨਸਾਨ ਨਹੀਂ ਬਣਨਾ। ਇੱਕ ਪਤੀ ਇੱਕ ਪਤਨੀ ਵਾਲਾ ਰਿਸ਼ਤਾ ਹੀ ਸਭ ਤੋਂ ਸੁਖੀ ਜੀਵਨ ਬਤੀਤ ਕਰਵਾ ਸਕਦਾ ਹੈ। ਸਵਾਲ ਨੰਬਰ 93 ਭਾਈ ਸੁਖਦੀਪ ਸਿੰਘ ਫਰੀਦਕੋਟ, ਇਹਨਾਂ ਨੇ ਪੁੱਛਿਆ ਕਿ ਜੇ ਕੋਈ ਮਨੁੱਖ ਗਲਤੀ ਕਰ ਲਵੇ ਫਿਰ ਪਛਤਾਵਾ ਕਰਨ ਵਾਸਤੇ ਸੁੱਖ ਲਵੇ ਪਰ ਸੁੱਖ ਪੂਰੀ ਨਾ ਹੋਵੇ, ਕੀ ਉਸ ਨੂੰ ਮਾਫੀ ਮਿਲ ਸਕਦੀ ਹੈ? ਗੁਰੂ ਪਿਆਰ ਵਾਲਿਓ, ਸੁੱਖਣੀ ਹੀ ਬਹੁਤ ਨਾਸਮਝੀ ਦੀ ਗੱਲ ਹੈ। ਸੁੱਖਾਂ ਪਹਿਲੀ ਗੱਲ ਤਾਂ ਸੁੱਖਣੀਆਂ ਹੀ ਨਹੀਂ ਚਾਹੀਦੀਆਂ, ਤੇ ਸੁੱਖੀਆਂ ਹੋਈਆਂ ਸੁੱਖਾਂ ਜ਼ਰੂਰੀ ਨਹੀਂ ਕਿ ਪੂਰੀਆਂ ਹੋ ਜਾਣ। ਇਹ ਜਿਹੜਾ ਸਾਧਾਂ ਸੰਤਾਂ ਅਤੇ ਹੋਰ ਪੁਜਾਰੀਆਂ ਨੇ ਪਖੰਡ ਤੋਰਿਆ ਹੋਇਆ ਕਿ ਐਸ ਕੰਮ ਦੀ ਸੁੱਖ ਲਓ ਤੇ ਇਹਦਾ ਇੰਨਾ ਭੇਟਾ ਚੜਾਵਾ ਚੜਾ ਦਿਓ, ਇਸ ਤਰ੍ਹਾਂ ਦੀ ਦੇਗ ਕਰਾ ਦਿਓ, ਇੱਥਾਂ ਨੰਗੇ ਪੈਰੀਂ ਚਾਲੇ ਤੇ ਚਲੇ ਜਾਓ, ਤੁਸੀਂ ਅਖੰਡ ਪਾਠ ਕਰਾ ਦਿਓ, ਤੁਸੀਂ ਇੰਨੇ ਮੰਤਰ ਜਾਪ ਕਰ ਲਓ। ਇਹ ਮੂਰਖ ਬਣਾਉਣ ਵਾਸਤੇ ਪੁਜਾਰੀਆਂ ਦੀਆਂ ਚਾਲਾਂ ਨੇ। ਅਸੀਂ ਇਹਨਾਂ ਦੇ ਆਖੇ ਮੂਰਖ ਨਹੀਂ ਬਣਨਾ। ਆਪਣਾ ਜਿਹੜਾ ਵੀ ਕੰਮ ਕਰਨਾ ਹੈ ਉਹ ਪੂਰੀ ਦਿਆਨਤਦਾਰੀ ਅਤੇ ਸਿਆਣਪ ਦੇ ਨਾਲ ਕਰਨਾ ਹੈ। ਇਸ ਤਰ੍ਹਾਂ ਦੀਆਂ ਬੇਅਕਲੀਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਘੱਟੇ ਨਹੀਂ ਰੋਲਣਾ। ਇਹ ਜਿਹੜੀਆਂ ਸੁੱਖਾਂ ਸੁੱਖ ਕੇ ਉਸ ਤੋਂ ਬਾਅਦ ਫਿਰ ਉਹਦੀਆਂ ਪੂਰਤੀਆਂ ਵਾਸਤੇ ਮੰਨਤਾਂ ਮੰਨਣੀਆਂ, ਧਰਮ ਸਥਾਨਾਂ 'ਤੇ ਜਾਣਾ, ਚਲੀਹੇ ਕੱਟਣੇ ਅਤੇ ਦੇਗਾਂ ਕਰਾਉਣੀਆਂ, ਰਮਾਲੇ ਚੜਾਉਣੇ, ਇਹ ਸਾਰਾ ਸੁੱਖਾਂ ਦਾ ਇੱਕ ਏਡਾ ਅਡੰਬਰ ਹੈ। ਪੁਜਾਰੀ ਇਹਦੇ ਸਿਰ ਤੇ ਆਪਣੀ ਪੇਟ ਪੂਰਤੀ ਹੀ ਨਹੀਂ ਕਰ ਰਿਹਾ, ਬਲਕਿ ਐਸ਼ ਪ੍ਰਸਤੀ ਕਰ ਰਿਹਾ। ਬੇਅੰਤ ਧਨ ਦੌਲਤ, ਟਕੇ ਦੇ ਪੁਜਾਰੀ ਵੀ ਜਿਨ੍ਹਾਂ ਕੋਲੇ ਕੋਈ ਅਕਲ ਦਾ ਖਾਨਾ ਨਹੀਂ ਹੈ ਪਰ ਸਾਨੂੰ ਲੁੱਟਣ ਦੀ ਉਹਨਾਂ ਨੂੰ ਸਮਝ ਹੈ, ਉਹ ਬੇਅੰਤ ਧਨ ਕਮਾ ਰਹੇ ਨੇ ਤੇ ਸਾਨੂੰ ਲੁੱਟ ਕੇ ਖਾ ਰਹੇ ਨੇ। ਕਿਸੇ ਵੀ ਸੁਖਣਾ ਦੇ ਨਾਲ ਜੇ ਕੁਝ ਪੂਰਾ ਹੁੰਦਾ ਤਾਂ ਫਿਰ ਸਾਨੂੰ ਕਿਸੇ ਕੰਮ ਕਰਨ ਦੀ ਲੋੜ ਹੀ ਨਹੀਂ ਸੀ। ਸਾਰੀ ਦੁਨੀਆ ਚੌਂਕੜੇ ਮਾਰ ਕੇ ਅੱਖਾਂ ਮੀਚ ਕੇ ਬੰਦ ਕਰਕੇ ਬੈਠੀ ਹੋਣੀ ਸੀ ਤੇ ਉਹਨਾਂ ਨੇ ਸੁੱਖ ਲੈਣੀ ਸੀ ਕਿ ਹੇ ਗੁਰੂ ਜੀ, ਪੀਰ ਜੀ, ਦੇਵਤਾ ਜੀ ਤੇ ਪੀਰ ਜੀ ਆਦਿਕ ਨੂੰ ਕਹਿ ਕੇ ਕਿ ਸਾਡੀਆਂ ਇਹ ਲੋੜਾਂ ਪੂਰੀਆਂ ਕਰ ਦਿਓ, ਅਸੀਂ ਆਹ ਕੋਈ ਤੁਹਾਡੇ ਚੜਾਵਾ ਚੜਾ ਦਾਂਗੇ। ਇਹ ਤਾਂ ਸੌਦਾ ਹੀ ਬੜਾ ਸਸਤਾ ਸੀ। ਫਿਰ ਤਾਂ 100 ਰੁਪਈਆ, 500 ਰੁਪਈਆ, 1000 ਰੁਪਈਏ ਦੇ ਵਿੱਚ ਸੁੱਖ ਕੇ ਤੁਸੀਂ ਕਰੋੜਾਂ ਰੁਪਈਆ ਮੰਗ ਲਓ ਕਿ ਮੈਨੂੰ ਇਹਨਾਂ ਦੇ ਦਿਓ, ਇਹਦੇ ਵਿੱਚੋਂ ਮੈਂ ਤੁਹਾਨੂੰ ਇਹਨਾਂ ਦੇ ਦੇਵਾਂਗਾ। ਇਹ ਸੌਦੇਬਾਜ਼ੀ ਕਿਸੇ ਵੀ ਨਿਯਮ ਦੇ ਮੁਤਾਬਕ ਫਿੱਟ ਨਹੀਂ ਆਉਂਦੀ। ਇਹ ਤਾਂ ਉਹ ਗੱਲ ਹੈ ਕਿ ਹਜ਼ਾਰਾਂ ਵਾਰੀ ਲਾਟਰੀ ਪਾਈ, ਜੇ ਇੱਕ ਅੱਧੀ ਵਾਰੀ ਲਾਟਰੀ ਨਿਕਲ ਆਈ ਤਾਂ ਲੋਕੀ ਕਹਿਣ ਲੱਗ ਪਣ ਕਿ ਲਾਟਰੀ ਤਾਂ ਹਰ ਇੱਕ ਦੀ ਨਿਕਲਦੀ ਹੈ ਜੀ, ਆਹ ਦੇਖ ਲਓ ਫਲਾਣੇ ਬੰਦੇ ਦੀ ਨਿਕਲ ਆਈ ਹੈ, ਇਹ ਤੁਹਾਡੀ ਵੀ ਜ਼ਰੂਰ ਨਿਕਲੇਗੀ। ਉੱਥੇ ਲੱਖਾਂ ਬੰਦਿਆਂ ਦੀ ਲਾਟਰੀ ਦੇ ਵਿੱਚੋਂ ਉਹਨਾਂ ਨੇ ਕੁਝ ਕੁ ਪਰਚੀਆਂ ਕੱਢਣੀਆਂ ਹੁੰਦੀਆਂ ਨੇ, ਉਹ ਪਤਾ ਨਹੀਂ ਕਿਹਦੀਆਂ ਨਿਕਲਣ। ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਦੀ ਹੀ ਲਾਟਰੀ ਨਿਕਲੇਗੀ। ਉਹ ਲਾਟਰੀ ਇੱਕ ਇਤਫਾਕੀਆ ਘਟਨਾ ਹੁੰਦੀ ਹੈ। ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਕੁਝ ਤੁਹਾਡਾ ਮੰਗਿਆ ਹੋਇਆ ਪੂਰਾ ਹੋ ਗਿਆ, ਉਹ ਇਤਫਾਕੀਆ ਘਟਨਾ ਤਾਂ ਹੋ ਸਕਦੀ ਹੈ ਪਰ ਸੁੱਖਣਾ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਸਿੱਖੀ ਦੇ ਵਿੱਚ ਇਹਨਾਂ ਨੂੰ ਕੋਈ ਪ੍ਰਵਾਨਗੀ ਨਹੀਂ ਹੈ। ਤੇ ਜਿਹੜਾ ਪਾਪ ਪੁੰਨ ਆਦਿਕ ਗੁਰਮਤਿ ਦੇ ਵਿੱਚ ਇਸ ਢੰਗ ਦੇ ਨਾਲ ਕਿਤੇ ਵੀ ਨਹੀਂ ਮੰਨਿਆ ਜਾਂਦਾ। ਤੁਸੀਂ ਚੰਗੇ ਇਨਸਾਨ ਬਣਨਾ ਹੈ, ਸੱਚ ਤੇ ਆਧਾਰਿਤ ਜ਼ਿੰਦਗੀ ਜਿਉਣੀ ਹੈ, ਗਿਆਨਵਾਨ ਬਣਨਾ ਹੈ, ਬਹਾਦਰ ਬਣਨਾ ਹੈ, ਮਿਹਨਤੀ ਬਣਨਾ ਹੈ, ਆਪਣੀ ਜ਼ਿੰਦਗੀ ਦੇ ਫੈਸਲੇ ਸਿਆਣਪ ਦੇ ਨਾਲ ਕਰਨਾ ਹੈ। ਇਸ ਤਰ੍ਹਾਂ ਸੁੱਖਣਾ ਦੱਛਣਾ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ, ਸਗੋਂ ਮੂਰਖਤਾ ਪ੍ਰਗਟ ਹੋਣੀ ਹੈ। ਅਗਲਾ ਸਵਾਲ 94 ਨੰਬਰ ਭਾਈ ਸੁਰਿੰਦਰ ਸਿੰਘ ਆਗਰਾ ਯੂਪੀ ਤੋਂ ਪੁੱਛਦੇ ਨੇ ਕਿ ਆਤਮਾ ਕੀ ਹੈ? ਮੌਤ ਹੋਣ ਤੋਂ ਆਤਮਾ ਕਿੱਥੇ ਜਾਂਦੀ ਹੈ? ਗੁਰੂ ਪਿਆਰ ਵਾਲਿਓ, ਅੱਜ ਤੱਕ ਆਤਮਾ ਬਾਰੇ ਕੋਈ ਬੰਦਾ ਸਬੂਤਾਂ ਸਹਿਤ ਕੁਝ ਵੀ ਪੇਸ਼ ਨਹੀਂ ਕਰ ਸਕਿਆ। ਇੱਥੋਂ ਤੱਕ ਇਸਲਾਮ ਅਤੇ ਈਸਾਈਅਤ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਪੀਰ ਨੇ, ਜਿਹੜੀਆਂ ਉਹਨਾਂ ਦੀਆਂ ਧਰਮ ਪੋਥੀਆਂ ਨੇ, ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਮਰਗੇ ਪ੍ਰਾਣੀ ਨੂੰ ਧਰਤੀ 'ਚ ਦਬਾ ਦਿਓ ਤੇ ਉਹਦੀ ਆਤਮਾ ਉਹਦੀ ਕਬਰ ਦੇ ਉੱਤੇ ਬੈਠੀ ਰਹੇਗੀ ਤੇ ਜਿੱਦਣ ਪਰਲੋ ਆਵੇਗੀ, ਕਿਆਮਤ ਆਵੇਗੀ, ਸਾਰੀ ਦੁਨੀਆ ਨਸ਼ਟ ਹੋ ਜਾਵੇਗੀ, ਉਦਣ ਉਹਨਾਂ ਦੇ ਪੀਰ ਪੈਗੰਬਰ ਆਕਾਸ਼ 'ਚੋਂ ਆਉਣਗੇ ਤੇ
ਉਹਨਾਂ ਜਿਹੜੀਆਂ ਕਬਰਾਂ ਤੇ ਬੈਠੀਆਂ ਰੂਹਾਂ ਨੇ ਉਹਨਾਂ ਨੂੰ ਫਿਰ ਪਛਾਣ ਕਰਨਗੇ ਕਿ ਕਿਹੜੀ ਈਸਾਈ ਧਰਮ ਨੂੰ ਮੰਨਣ ਵਾਲੀ ਰੂਹ ਹੈ ਜਾਂ ਇਸਲਾਮ ਨੂੰ ਮੰਨਣ ਵਾਲੀ ਰੂਹ ਹੈ। ਯਸੂ ਮਸੀਹ ਅਤੇ ਮੁਹੰਮਦ ਸਾਹਿਬ ਉਹਨਾਂ ਦੀ ਪਛਾਣ ਕਰਨਗੇ ਅਤੇ ਆਪਣੇ ਸੇਵਕਾਂ ਨੂੰ ਉਹ ਸਵਰਗ ਦੇ ਵਿੱਚ ਭੇਜ ਦੇਣਗੇ। ਜਿਹੜੇ ਉਹਨਾਂ ਦੇ ਸੇਵਕ ਨਹੀਂ ਹੈਗੇ ਤੇ ਉਹਨਾਂ ਨੂੰ ਉਹ ਨਰਕਾਂ 'ਚ ਭੇਜ ਦੇਣਗੇ। ਇਹ ਉਹਨਾਂ ਦੀਆਂ ਮਾਨਤਾਵਾਂ ਨੇ। ਤੁਸੀਂ ਸੋਚ ਸਕਦੇ ਹੋ ਕਿ ਇਤਨਾ ਲੰਮਾ ਸਮਾਂ 100 ਸਾਲ 200 ਸਾਲ 500 ਸਾਲ ਜਾਂ ਈਸਾਈ ਧਰਮ ਨੂੰ ਤਾਂ 2000 ਸਾਲ ਹੋ ਗਏ ਨੇ ਤੇ ਅਜੇ ਤੱਕ ਉਹਨਾਂ ਦੀਆਂ ਰੂਹਾਂ ਕਬਰਾਂ ਤੇ ਬੈਠੀਆਂ ਹੋਈਆਂ ਨੇ। ਇਸਲਾਮ ਦੇ ਮਰ ਗਏ ਬੰਦਿਆਂ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਮਰ ਗਏ ਇਨਸਾਨਾਂ ਦੀਆਂ ਰੂਹਾਂ ਉਹਨਾਂ ਦੀਆਂ 1500 ਸਾਲਾਂ ਤੋਂ ਕਬਰਾਂ ਤੇ ਬੈਠੀਆਂ ਨੇ। ਇਹਨਾਂ ਦੀ ਆਪਣੇ ਆਪ ਦੇ ਵਿੱਚ ਕੋਈ ਅਹਿਮੀਅਤ ਕੋਈ ਕੀਮਤ ਨਹੀਂ ਹੈ। ਤੇ ਅਸਲ ਦੇ ਵਿੱਚ ਕੀ ਹੈ ਕਿ ਪੰਜ ਤੱਤ ਮਿਲ ਦੇਹੀ ਕਾ ਆਕਾਰਾ ਘੱਟ ਵੱਧ ਕੋ ਕਰੈ ਵਿਚਾਰਾ। ਇਹ ਪੰਜਾਂ ਤੱਤਾਂ ਦਾ ਪੂਤਲਾ ਇਹ ਸਰੀਰ ਬਣਦਾ ਹੈ। ਪਹਿਲਾਂ ਇਹ ਆਦਮੀ ਜਾਣੀ ਕਿ ਨਰ ਦੇ ਅੰਦਰੋਂ ਇੱਕ ਛੋਟਾ ਜੀਵ ਇਹ ਦਾਖਲ ਹੁੰਦਾ ਹੈ ਮਾਦਾ ਦੇ ਗਰਭ ਦੇ ਵਿੱਚ, ਆਂਡੇ ਦੇ ਵਿੱਚ ਪ੍ਰਵੇਸ਼ ਕਰਕੇ ਉੱਥੇ ਇਹਦਾ ਸਰੀਰ ਵਿਕਸਿਤ ਹੋਣ ਲੱਗਦਾ ਹੈ ਤੇ ਹੌਲੀ ਹੌਲੀ ਵਿਕਸਿਤ ਹੋ ਕੇ ਬੱਚੇ ਦਾ ਰੂਪ ਧਾਰਨ ਕਰਕੇ ਇਹ ਸਮਾਂ ਪੂਰਾ ਹੋਣ ਤੇ ਜਨਮ ਲੈਂਦਾ ਹੈ ਤੇ ਇਸੇ ਤਰ੍ਹਾਂ ਇਹਦੇ ਅੰਗ ਵਿਕਸਿਤ ਹੁੰਦੇ ਨੇ। ਇਹਦਾ ਦਿਲ ਧੜਕਣ ਲੱਗਦਾ ਹੈ। ਅੰਦਰ ਹੀ ਸਾਰਾ ਕੁਝ ਸਿਸਟਮ ਪ੍ਰਫੁੱਲਤ ਹੁੰਦਾ ਜਾਂਦਾ ਹੈ। ਬਾਹਰੋਂ ਕਿਤੋਂ ਕੁਝ ਵੀ ਨਹੀਂ ਆਉਂਦਾ ਤੇ ਨਾ ਹੀ ਬਾਹਰ ਕਿਤੇ ਜਾਂਦਾ ਹੈ। ਜਿਹੜੀ ਸਾਨੂੰ ਚੀਜ਼ ਚਲਦੀ ਨਜ਼ਰ ਆਉਂਦੀ ਹੈ ਇਸ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਕਦੇ ਵੀ ਆਰਾਮ ਨਹੀਂ ਕਰਦੀ, ਇੱਕ ਹੈ ਦਿਮਾਗ ਅਤੇ ਇੱਕ ਹੈ ਦਿਲ। ਦਿਲ ਦਾ ਕੰਮ ਹੈ ਹਰ ਵਕਤ ਹਰ ਸਮੇਂ ਖੂਨ ਦੀ ਸਪਲਾਈ ਸਰੀਰ ਨੂੰ ਕਰਦੇ ਰਹਿਣਾ ਅਤੇ ਖੂਨ ਸਾਫ਼ ਨਾੜੀਆਂ ਦੇ ਰਾਹੀਂ ਹੁੰਦਾ ਰਹੇ। ਇਹ ਸਾਰਾ ਸਿਸਟਮ ਚੱਲ ਰਿਹਾ ਹੈ। ਦਿਮਾਗ ਦਾ ਕੰਮ ਹੈ ਸਾਰੇ ਸਰੀਰ ਦੇ ਅੰਗਾਂ ਤੋਂ ਕੰਮ ਲੈਣਾ, ਉਹਨਾਂ ਨੂੰ ਹੁਕਮ ਦੇਣਾ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਉਹਨੇ ਆਪਣਾ ਕੰਮ ਆਪਣੀ ਥਾਂ ਤੇ ਅਸੀਂ ਸੌਂ ਵੀ ਜਾਈਏ ਤਾਂ ਵੀ ਦਿਮਾਗ ਨੇ ਕੰਮ ਕਰਦੇ ਰਹਿਣਾ। ਤੋ ਇਹ ਜਿਹੜਾ ਅੰਦਰ ਦਾ ਸਿਸਟਮ ਹਰੇਕ ਜੀਵ ਵਿੱਚ ਕੰਮ ਕਰਦਾ ਹੈ। ਜਿਵੇਂ ਸਾਡੇ ਅੰਦਰ ਇੱਕ ਛੋਟੇ ਜੀਨਸ ਤੋਂ ਪੂਰਾ ਮਨੁੱਖ ਬਣ ਜਾਂਦਾ ਹੈ, ਇਸੇ ਤਰ੍ਹਾਂ ਰੁੱਖਾਂ ਬਿਰਖਾਂ ਦੇ ਵਿੱਚ ਵੀ ਇੱਕ ਨਿੱਕੇ ਬੀਜ ਤੋਂ ਵੱਧ ਕੇ ਪ੍ਰਫੁੱਲਤ ਹੋ ਕੇ ਇੱਕ ਵੱਡਾ ਰੁੱਖ ਬਣ ਜਾਂਦਾ ਹੈ। ਬਾਹਰੋਂ ਕਿਤੋਂ ਕੁਝ ਵੀ ਨਹੀਂ ਆਉਂਦਾ। ਜਦੋਂ ਉਹਦੀ ਉਮਰ ਪੁੱਗ ਜਾਂਦੀ ਹੈ ਤਾਂ ਉਹ ਇੱਥੇ ਹੀ ਉਹਦੇ ਤੱਤ ਵੱਖਰੇ ਵੱਖਰੇ ਹੋ ਜਾਂਦੇ ਨੇ, ਮਿੱਟੀ 'ਚ ਮਿਲ ਜਾਂਦਾ ਹੈ। ਤੋ ਇਹ ਸਾਡੇ ਪੁਜਾਰੀਆਂ ਨੇ ਆਤਮਾ ਵਾਲੀ ਚੀਜ਼ ਸਾਡੇ ਦਿਮਾਗ 'ਚ ਪਾ ਦਿੱਤੀ ਹੈ ਕਿ ਆਤਮਾ ਕਿਤੋਂ ਬਾਹਰੋਂ ਆਉਂਦੀ ਹੈ ਤੇ ਮਰਨ ਤੋਂ ਬਾਅਦ ਆਤਮਾ ਕਿਤੇ ਚਲੀ ਜਾਂਦੀ ਹੈ। ਫਿਰ ਉਸ ਆਤਮਾ ਦੀ ਸ਼ਾਂਤੀ ਵਾਸਤੇ ਹਵਨ ਜਗ ਅਖੰਡ ਪਾਠ ਵੀ ਕਰਾਏ ਜਾਂਦੇ ਨੇ। ਫਿਰ ਉਹਨੂੰ ਆਕਾਸ਼ ਦੇ ਵਿੱਚ ਕਿਤੇ ਆਤਮਾ ਸੁਰਗਾਂ ਨਰਕਾਂ 'ਚ ਬੈਠੀ ਹੈ ਉਹਦੇ ਵਾਸਤੇ ਸਮਾਨ ਵੀ ਭੇਜਿਆ ਜਾਂਦਾ ਹੈ, ਸਰਾਧ ਕਰਾਏ ਜਾਂਦੇ ਨੇ। ਫਿਰ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਕਰਾਏ ਜਾਂਦੇ ਨੇ। ਅਖੰਡ ਪਾਠਾਂ ਦਾ ਫਲ ਉਹਨੂੰ ਉੱਪਰ ਭੇਜਣ ਦੀ ਅਰਦਾਸ ਕਰਵਾਈ ਜਾਂਦੀ ਹੈ। ਇਹ ਸਾਰਾ ਕੁਝ ਪੁਜਾਰੀ ਦੀ ਲੁੱਟ ਹੈ। ਇਸ ਲੁੱਟ ਤੋਂ ਬਚਣ ਵਾਸਤੇ ਆਪਾਂ ਅਜਿਹੇ ਕੰਮਾਂ ਤੋਂ ਉੱਪਰ ਉੱਠਣਾ ਹੈ। ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਤੋ ਆਪਾਂ ਇਹ ਕਰਨਾ ਹੈ ਕਿ ਇਸ ਸਰੀਰ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਇਹ ਤੋਂ ਚੰਗੇ ਕੰਮ ਕਰਾਉਣੇ ਨੇ, ਚੰਗਾ ਇਨਸਾਨ ਬਣਾਉਣਾ ਹੈ ਤੇ ਆਪਣੀ ਜਿਹੜੀ ਦਿਮਾਗ ਦੇ ਵਿੱਚ ਚੰਗਿਆਈ ਹੈ ਉਹਨੂੰ ਦੂਜਿਆਂ ਤੱਕ ਪਹੁੰਚਾਉਣਾ ਹੈ, ਸਮਾਜ ਦਾ ਭਲਾ ਕਰਨਾ ਹੈ, ਵਿੱਦਿਆ ਵੱਧ ਤੋਂ ਵੱਧ ਹਾਸਲ ਕਰਨੀ ਹੈ, ਉੱਚੇ ਰੁਤਬੇ ਪ੍ਰਾਪਤ ਕਰਨੇ ਨੇ, ਫਿਰ ਲੋਕਾਂ ਦਾ ਹੋਰ ਜ਼ਿਆਦਾ ਭਲਾ ਕਰਨਾ ਹੈ, ਵਿਗਿਆਨੀ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ। ਭਾਵ ਕਿ ਚੰਗਾ ਇਨਸਾਨ ਬਣ ਕੇ ਸਮਾਜ ਦੀ ਭਲਾਈ ਕੀਤੀ ਜਾ ਸਕਦੀ ਹੈ। ਇਹ ਜਿਹੜਾ ਆਤਮਾ ਆਦਿਕ ਦੇ ਚੱਕਰ ਵਿੱਚ ਪਾ ਕੇ ਪੁਜਾਰੀ ਨੇ ਸਾਤੋਂ ਸਭ ਕੁਝ ਖੋਹ ਲਿਆ। ਉਹਨੇ ਆਤਮਾ ਆਤਮਾ ਕਹਿ ਕੇ ਸਾਨੂੰ ਆਪਣਾ ਗੁਲਾਮ ਬਣਾ ਲਿਆ। ਇਹ ਆਤਮਾ ਪਿਛਲੇ ਜਨਮਾਂ ਦੇ ਵਿੱਚ ਐ ਹੁੰਦੀ ਹੈ, ਅਗਲੇ ਜਨਮਾਂ 'ਚ ਐ ਹੁੰਦੀ ਹੈ। ਵਰਤਮਾਨ ਜਨਮ ਹੈ ਜਿਹੜਾ ਉਹ ਮਿੱਟੀ 'ਚ ਰੋਲ ਦਿੱਤਾ, ਪਿਛਲੇ ਅਗਲੇ ਜਨਮਾਂ 'ਚ ਸਾਨੂੰ ਚੱਕਰ 'ਚ ਪਾ ਦਿੱਤਾ। ਬਹੁਤ ਨੁਕਸਾਨ ਕੀਤਾ। ਇਹਨਾਂ ਘਟੀਆ ਕਿਸਮ ਦੇ ਪ੍ਰਚਾਰਕਾਂ ਅਤੇ ਪੁਜਾਰੀਆਂ ਨੇ ਸਾਵਧਾਨ ਹੋਣ ਦੀ ਲੋੜ ਹੈ। ਇਸੇ ਧਰਤੀ ਦੇ ਉੱਤੇ ਹੀ ਇਸੇ ਸਰੀਰ ਦੇ ਵਿੱਚ ਆਤਮਾ ਆਪਣੇ ਮਾਤਾ ਪਿਤਾ ਦੇ ਮੇਲ ਦੇ ਸਮੇਂ ਤੇ ਆਪੀ ਦਾਖਲ ਇੱਥੇ ਹੀ ਹੁੰਦੀ ਹੈ। ਭਾਵ ਕਿ ਆਤਮਾ ਵੱਖਰੀ ਨਹੀਂ, ਸਗੋਂ ਗੁਰਬਾਣੀ ਦੇ ਵਿੱਚ ਦਿਮਾਗ ਸ਼ਬਦ ਦੀ ਵਰਤੋਂ ਨਹੀਂ ਆਈ। ਆਤਮਾ ਜਾਂ ਦਿਲ ਜਾਂ ਮਨ ਇਹ ਸ਼ਬਦ ਆਏ ਨੇ। ਅੱਜ ਕੱਲ੍ਹ ਇਹ ਕਹਿ ਲਈਏ ਆਤਮਾ ਹੋਰ ਕੋਈ ਨਹੀਂ ਬਲਕਿ ਦਿਮਾਗ ਹੀ ਸਾਡੀ ਆਤਮਾ ਹੈ। ਇਹਨਾਂ ਗੱਲਾਂ ਨੂੰ ਜਦੋਂ ਸਮਝ ਲਵਾਂਗੇ ਹੌਲੀ ਹੌਲੀ ਸਾਡਾ ਮਾਨਸਿਕ ਵਿਕਾਸ ਹੁੰਦਾ ਚਲਾ ਜਾਵੇਗਾ। ਸਵਾਲ ਨੰਬਰ 95 ਭਾਈ ਗੁਰਮੀਤ ਸਿੰਘ ਮਾਨਸਾ ਤੋਂ ਪੁੱਛਦੇ ਨੇ ਕਿ ਅੰਮ੍ਰਿਤ ਛਕਣ ਵੇਲੇ ਇੱਕੋ ਬਾਟੇ ਵਿੱਚੋਂ ਛਕਾਇਆ ਜਾਂਦਾ ਹੈ, ਕੀ ਇਸ ਨਾਲ ਲਾਗ ਦੀ ਬਿਮਾਰੀ ਨਹੀਂ ਲੱਗ ਸਕਦੀ? ਗੁਰੂ ਪਿਆਰੇ ਵਾਲਿਓ, ਜਦੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ
ਉਸ ਵੇਲੇ ਹਾਲਾਤ ਹੋਰ ਸਨ। ਅਸਲ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਜਾਤ ਪਾਤ ਦੇ ਭਰਮ ਨੂੰ ਤੋੜਨ ਵਾਸਤੇ, ਇੱਕ ਦੂਜੇ ਨੂੰ ਨੇੜੇ ਲਿਆਉਣ ਵਾਸਤੇ ਇਹ ਕੰਮ ਸ਼ੁਰੂ ਕੀਤਾ ਗਿਆ ਸੀ। ਉਦੋਂ ਸਭ ਕੁਝ ਰੱਬ ਦੇ ਉੱਤੇ ਸੁੱਟਿਆ ਹੋਇਆ ਸੀ ਕਿ ਜਿਹੜਾ ਕਿਸਮਤ 'ਚ ਲਿਖਿਆ ਹੈ, ਜੋ ਰੱਬ ਨੇ ਲਿਖਿਆ ਹੈ, ਉਹ ਹੋਵੇਗਾ, ਆਹ ਹੋਵੇਗਾ। ਲੋਕਾਂ ਦੀ, ਆਮ ਲੋਕਾਂ ਦੀ ਇਸ ਤਰ੍ਹਾਂ ਦੀ ਭਾਵਨਾ ਸੀ। ਗੁਰੂ ਸਾਹਿਬ ਨੇ ਸਾਨੂੰ ਨੇੜੇ ਲਿਆਂਦਾ, ਜਾਤ ਪਾਤ ਤੋੜਨ ਦਾ ਉਪਰਾਲਾ ਕੀਤਾ, ਫੌਜੀ ਭਰਤੀ ਕੀਤੀ, ਇੱਕੋ ਜੀ ਵਰਦੀ ਪਵਾਈ। ਬਹੁਤ ਸਾਰਾ ਇਹਦੇ 'ਚ ਵਿਸਥਾਰ ਹੈ ਦੱਸਣ ਵਾਸਤੇ, ਜੇ ਕਿਤੇ ਵੱਖਰੇ ਢੰਗ ਦੇ ਨਾਲ ਬਿਆਨ ਕੀਤਾ ਜਾਵੇਗਾ। ਪਰ ਅੱਜ ਦੀ ਲੋੜ ਦੇ ਮੁਤਾਬਕ, ਜਿਵੇਂ ਹੁਣ ਕਰੋਨਾ ਦਾ ਇਹ ਜਿਹੜਾ ਸਾਰੀ ਦੁਨੀਆ 'ਚ ਚੱਕਰ ਚੱਲ ਗਿਆ ਕਿ ਅਸੀਂ ਕਿਸੇ ਦੇ ਨੇੜੇ ਜਾ ਕੇ ਵੀ ਉਹਦੀ ਛੋਹ ਦੇ ਨਾਲ, ਬਲਕਿ ਛੋਹ ਤੋਂ ਬਿਨਾਂ ਵੀ ਚੀਜ਼ਾਂ ਦੀ ਛੋਹ ਨਾਲ ਵੀ ਬਿਮਾਰੀ ਲੱਗ ਸਕਣ ਦੀ ਸੰਭਾਵਨਾ ਵਿਗਿਆਨੀਆਂ ਨੇ, ਸਾਡੀਆਂ ਸਰਕਾਰਾਂ ਨੇ ਦੱਸੀ ਹੈ। ਤੇ ਅੱਜ ਦੇ ਹਾਲਾਤ ਦੇ ਵਿੱਚ ਤਾਂ ਇਸ ਗੱਲ ਤੋਂ ਬਚਣ ਦੀ ਬਹੁਤ ਲੋੜ ਹੈ। ਸਾਡੇ ਤਾਂ ਸਰੋਵਰਾਂ ਦੇ ਵਿੱਚ ਵੀ ਇਸ਼ਨਾਨ ਕਰਾਏ ਗਏ ਸੀ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੋਰ ਪਾਣੀ ਦਾ ਸਾਧਨ ਕੋਈ ਹੈ ਹੀ ਨਹੀਂ ਸੀ। ਉਦੋਂ ਇੰਨੀਆਂ ਬਿਮਾਰੀਆਂ ਬਾਰੇ ਗਿਆਨ ਵੀ ਨਹੀਂ ਸੀ। ਹੁਣ ਵਿਗਿਆਨੀਆਂ ਨੇ ਬਹੁਤ ਖੋਜਾਂ ਕਰ ਲਈਆਂ, ਸਾਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਦੱਸ ਦਿੱਤਾ ਹੈ। ਅੱਜ ਕਮਿਊਨੀਕੇਸ਼ਨ ਸਿਸਟਮ ਬਹੁਤ ਹੋ ਗਿਆ। ਸਾਨੂੰ ਟੀਵੀ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਅਖਬਾਰਾਂ ਦੇ ਰਾਹੀਂ, ਸਕੂਲਾਂ ਕਾਲਜਾਂ ਦੇ ਵਿੱਚੋਂ ਬਹੁਤ ਗੱਲਾਂ ਦਾ ਪਤਾ ਲੱਗਦਾ ਹੈ, ਜਿਹੜਾ ਉਹਨਾਂ ਜ਼ਮਾਨਿਆਂ 'ਚ ਹਾਲੇ ਉਦੋਂ ਸਮਾਜ ਵਿਕਸਿਤ ਨਹੀਂ ਸੀ ਹੋਇਆ। ਉਦੋਂ ਗੁਰੂ ਸਾਹਿਬ ਨੇ ਇਹ ਜਿਹੜਾ ਰਾਹ ਅਪਣਾਇਆ ਉਹਨਾਂ ਹਾਲਾਤਾਂ ਦੇ ਵਿੱਚ ਬਹੁਤ ਚੰਗਾ ਸੀ। ਪਰ ਅੱਜ ਸਾਨੂੰ ਮੁੜ ਤੋਂ, ਸਾਡੇ ਮੁਖੀਆਂ ਨੂੰ ਇਸ 'ਤੇ ਵਿਚਾਰ ਕਰਨੀ ਪਵੇਗੀ ਤੇ ਨਾਲ ਹੀ ਖੰਡੇ ਕੀ ਪਹੁਲ ਲੈਣ ਦਾ ਅੱਜ ਮਕਸਦ ਕੀ ਹੈ ਇਹ ਵੀ ਦੱਸਣਾ ਪਵੇਗਾ। ਇਹ ਖੰਡੇ ਕੀ ਪਹੁਲ ਲੈਣੀ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਨਹੀਂ ਹੈ, ਬਲਕਿ ਇਹ ਤਾਂ ਉਸ ਸਮੇਂ ਫੌਜ ਦੇ ਵਿੱਚ ਭਰਤੀ ਹੋਣ ਦਾ ਇੱਕ ਢੰਗ ਸੀ। ਉਹਨਾਂ ਫੌਜੀ ਭਾਈਆਂ ਨੂੰ ਵਰਦੀਆਂ ਵੀ ਵੱਖਰੀਆਂ, ਉਹਨਾਂ ਦੀ ਬੋਲ ਚਾਲ, ਜਿਹਨੂੰ ਕਿ ਨਿਹੰਗ ਬੋਲੇ ਉਹਨਾਂ ਜ਼ਮਾਨਿਆਂ 'ਚ ਕਿਹਾ ਜਾਂਦਾ ਸੀ, ਉਹ ਵੀ ਨਵੀਂ ਘੜੀ ਜਾਂਦੀ ਸੀ। ਫਿਰ ਸਾਰੇ ਨੌਜਵਾਨ ਹੀ ਭਰਤੀ ਕੀਤੇ ਜਾਂਦੇ ਸੀ। ਉਹਨਾਂ ਨੂੰ ਫੌਜ 'ਚ ਭਰਤੀ ਹੋਣ ਤੋਂ ਪਹਿਲਾਂ ਸਿਖਲਾਈ ਵੀ ਦਿੱਤੀ ਜਾਂਦੀ ਸੀ। ਹਥਿਆਰ ਚਲਾਉਣ ਦੇ ਢੰਗ ਤਰੀਕੇ ਵੀ ਉਹਨਾਂ ਨੂੰ ਸਮਝਾਏ ਜਾਂਦੇ ਸੀ। ਦੇਸ਼ ਦੀ, ਆਪਣੇ ਦੀ ਰਾਖੀ ਕਰਨ ਦਾ ਤਰੀਕਾ ਉਦੋਂ ਇਹ ਸੀ। ਜ਼ਾਲਮ ਲੋਕ ਕਮਜ਼ੋਰਾਂ ਨੂੰ ਲਤਾੜਦੇ ਸੀ, ਕਤਲ ਕਰਦੇ ਸੀ, ਲੁੱਟਦੇ ਸੀ, ਅਪਮਾਨਿਤ ਕਰਦੇ ਸੀ। ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਉਦੋਂ ਗੁਰੂ ਸਾਹਿਬ ਨੇ ਇਹ ਬਹੁਤ ਵਧੀਆ ਫੈਸਲਾ ਲਿਆ ਸੀ, ਫੌਜ ਬਣਾਈ ਸੀ। ਪਰ ਅੱਜ ਮੁੜ ਤੋਂ ਇਹਨਾਂ ਗੱਲਾਂ 'ਤੇ ਵਿਚਾਰ ਕਰਨ ਦੀ ਲੋੜ ਹੈ। ਮੇਰਾ ਮੰਨਣਾ ਇਹ ਹੈ ਕਿ ਜਿਹੜਾ ਮਨ ਕਰਕੇ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਤੇ ਉਹ ਸਿੱਖ ਮੰਨਿਆ ਜਾਵੇ, ਨਾ ਕਿ ਜਿਹੜਾ ਖੰਡੇ ਕੀ ਪਹੁਲ ਲੈਂਦਾ ਉਹ ਸਿੱਖ ਮੰਨਿਆ ਜਾਵੇ। ਬਲਕਿ ਖੰਡੇ ਕੀ ਪਹੁਲ ਲੈਣ ਵਾਲਾ ਤਾਂ ਸਿੱਖ ਫੌਜੀ ਕਹਾ ਸਕਦਾ ਆਪਣੇ ਆਪ ਨੂੰ। ਉਂਝ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਾਰੇ ਹੀ ਸਿੱਖ ਹਾਂ। ਜਿਹੜੇ ਇਹਦੇ ਅਨੁਸਾਰ ਜ਼ਿੰਦਗੀ ਜਿਉਂਦੇ ਆ ਉਹ ਹੋਰ ਵਧੀਆ ਸਿੱਖ ਬਣ ਸਕਦੇ ਨੇ ਅਤੇ ਉਹਨਾਂ ਨੂੰ ਵਧੀਆ ਸਿੱਖ ਮੰਨਿਆ ਜਾ ਸਕਦਾ ਹੈ। ਸਾਡੇ ਵਾਸਤੇ ਉਹ ਨਮੂਨੇ ਦੇ ਸਿੱਖ ਹੋ ਸਕਦੇ ਨੇ, ਜਿਹੜੇ ਆਪ ਅੱਛੇ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਨੇ ਅਤੇ ਸਮਾਜ ਨੂੰ ਗੁਰਬਾਣੀ ਅਨੁਸਾਰ ਚੰਗੀ ਸੇਧ ਦਿੰਦੇ ਨੇ। ਸਵਾਲ ਨੰਬਰ 96 ਇਹਨਾਂ ਨੇ ਪੁੱਛਿਆ ਹੈ ਕਿ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ, ਇਹਦੇ ਕੀ ਭਾਵ ਨੇ? ਗੁਰਬਾਣੀ ਬਾਰ-ਬਾਰ ਇਹ ਸਾਨੂੰ ਸਮਝਾ ਰਹੀ ਹੈ ਕਿ ਭਾਈ ਨੇਕ ਇਨਸਾਨ, ਚੰਗੇ ਇਨਸਾਨ ਬਣਨਾ ਹੈ। ਇਦੋਂ ਪਹਿਲਾਂ ਦੀਆਂ ਪੌੜੀਆਂ ਵਿੱਚ ਆ ਚੁੱਕਿਆ, ਸੁਣਿਆ, ਸੁਣਨ ਦਾ 4 ਪੌੜੀਆਂ ਦੇ ਵਿੱਚ ਜ਼ਿਕਰ ਆਇਆ ਕਿ ਤੁਸੀਂ ਬਹੁਤ ਕੁਝ ਸੁਣ ਲਿਆ ਤੇ ਬਹੁਤ ਕੁਝ ਵੇਖ ਲਿਆ, ਪਰ ਉਹਦਾ ਨਤੀਜਾ ਕੀ ਨਿਕਲਿਆ? ਤੁਸੀਂ ਕਿਹੋ ਜਿਹੇ ਇਨਸਾਨ ਬਣੇ? ਕਈ ਗੱਲਾਂ ਤੁਸੀਂ ਜਿਹੜੀ ਸੁਣਦੇ ਹੋ ਉਹ ਤੁਹਾਡੀ ਜ਼ਿੰਦਗੀ 'ਚ ਕਿਸੇ ਕੰਮ ਨਹੀਂ ਆਉਂਦੀਆਂ, ਸਗੋਂ ਕੁਰਾਹੇ ਪਾਉਂਦੀਆਂ ਨੇ। ਕੀ ਤੁਸੀਂ ਸੁਣ ਕੇ ਪਰਖ ਕਰਨ ਯੋਗੇ ਹੋ ਗਏ? ਜੇ ਨਹੀਂ ਹੋਏ ਤਾਂ ਉਹ ਸਾਰਾ ਸੁਣਨਾ ਬੇਕਾਰ ਚਲਾ ਗਿਆ। ਇਸੇ ਤਰ੍ਹਾਂ ਅੱਗੇ ਮੰਨਣਾ, 4 ਪੌੜੀਆਂ ਨੇ। ਕੀ ਤੁਸੀਂ ਸੁਣ ਕੇ ਮੰਨ ਲਿਆ ਤੇ ਜਿਹੜਾ ਮੰਨਿਆ ਜਾ ਰਿਹਾ ਹੈ ਉਹਨੂੰ ਜ਼ਿੰਦਗੀ 'ਚ ਕਮਾ ਲਿਆ? ਮੰਨਣ ਦਾ ਮਕਸਦ ਕੀ ਹੈ? ਜਿਹੜਾ ਮੰਨਿਆ ਗਿਆ ਕੀ ਉਹ ਤੁਸੀਂ ਇਹ ਸਮਝ ਕੇ ਮੰਨਿਆ ਕਿ ਵਾਕਈ ਉਹ ਮੇਰੀ ਜ਼ਿੰਦਗੀ ਵਿੱਚ ਲਾਹੇਵੰਦ ਹੈ, ਫਾਇਦੇਮੰਦ ਹੈ, ਉਹ ਜ਼ਿੰਦਗੀ ਨੂੰ ਚੰਗੀ ਬਣਾ ਸਕਦਾ ਹੈ, ਸਮਾਜ ਦਾ ਭਲਾ ਕਰ ਸਕਦਾ ਹੈ? ਤੇ ਅੱਗੋਂ ਜਿਹਦੀਆਂ ਗੱਲਾਂ ਅਸੀਂ ਮੰਨ ਰਹੇ ਹਾਂ ਉਹ ਕਿੰਨਾ ਕੁ ਸਿਆਣਾ ਹੈ, ਕਿੰਨਾ ਕੁ ਸਮਝਦਾਰ ਹੈ? ਗੁਰੂ ਸਾਹਿਬ ਦਾ ਇੱਥੇ ਬਾਰ-ਬਾਰ ਮਕਸਦ ਇਹ ਹੈ ਕਿ ਇਨਸਾਨ ਹੋਰ ਚੰਗਾ, ਹੋਰ ਅਕਲਮੰਦ, ਹੋਰ ਬਹਾਦਰ, ਹੋਰ ਉਦਮੀ, ਉਤਸ਼ਾਹੀ, ਕਿਰਤੀ, ਨੇਕ ਇਨਸਾਨ ਬਣੇ। ਭਾਵਨਾ ਇਹ ਹੈ ਗੁਰਬਾਣੀ ਸਾਰੀ ਵਿਦਿਆ ਹੈ ਤੇ ਇਹ ਗੁਰਬਾਣੀ ਰੂਪੀ ਵਿਦਿਆ ਸਾਨੂੰ ਜ਼ਿੰਦਗੀ ਦੇ ਸਰਬ ਪੱਖੀ ਵਿਕਾਸ ਵੱਲ ਤੋਰਦੀ ਹੈ। ਇਹ 4 ਪੌੜੀਆਂ ਸੁਣੇ ਦੀਆਂ ਤੇ 4 ਪੌੜੀਆਂ ਮੰਨੇ ਦੀਆਂ ਤੋਂ ਬਾਅਦ
ਫਿਰ ਅਗਲੀ ਪੌੜੀ ਆਉਂਦੀ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ, ਭਾਵ ਕਿ ਜਿਨ੍ਹਾਂ ਨੇ ਚੰਗੀ ਤਰ੍ਹਾਂ ਸੁਣ ਲਿਆ ਅਤੇ ਸਮਝ ਲਿਆ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਜ਼ਿੰਦਗੀ 'ਚ ਵਸਾ ਲਿਆ, ਅਤੇ ਜੇ ਉਹ ਵਿਕਾਸ ਦੀ ਕੜੀ ਦੀ ਇੱਕ ਪੌੜੀ ਉੱਚੀ ਚੜ੍ਹ ਗਏ, ਜਿਹੜਾ ਵੀ ਬੰਦਾ ਸਮਾਜ ਦੇ ਵਿੱਚ ਅਕਲਮੰਦ ਬਣ ਗਿਆ ਉਹ ਸਮਾਜ ਦਾ ਪ੍ਰਵਾਨਿਤ ਇਨਸਾਨ ਹੋਵੇਗਾ। ਉਹ ਪੰਚ ਦਾ ਮਤਲਬ ਹੈ ਮੰਨਿਆ ਗਿਆ, ਸਿਆਣਾ ਸਮਝਿਆ ਗਿਆ, ਲੋਕਾਂ ਦੇ ਵਿੱਚ ਪ੍ਰਵਾਨ ਹੋ ਗਿਆ। ਉਹ ਆਗੂ ਬਣੇਗਾ, ਉਹ ਲੀਡਰ ਬਣੇਗਾ, ਉਹ ਰਾਜਨੇਤਾ ਬਣੇਗਾ, ਉਹ ਵਿਦਵਾਨ ਬਣੇਗਾ, ਆਪਣੇ ਲੋਕਾਂ ਨੂੰ ਸੁਚੱਜੀ ਅਗਵਾਈ ਦੇਵੇਗਾ, ਉਹ ਬਹਾਦਰ ਬਣੇਗਾ, ਆਪਣੇ ਲੋਕਾਂ ਦੀ ਰਾਖੀ ਵਾਸਤੇ ਜੰਗ ਯੁੱਧ ਵੀ ਲੜੇਗਾ। ਉਹ ਕਿਹੜਾ ਕੰਮ ਹੈ ਜਿਹੜਾ ਉਹ ਕਰਨ ਨੂੰ ਤਿਆਰ ਨਹੀਂ। ਜੇ ਉਹਦਾ ਮਾਨਸਿਕ ਵਿਕਾਸ ਹੋ ਗਿਆ ਤਾਂ ਅਜਿਹੇ ਲੋਕਾਂ ਦਾ ਹੀ ਸਮਾਜ ਦੇ ਵਿੱਚ ਸਤਿਕਾਰ ਹੁੰਦਾ ਅਤੇ ਅਜਿਹੇ ਉੱਚੇ ਦਰਜੇ ਵਾਲੇ ਲੋਕ ਵੀ ਲੋਕਾਂ ਦਾ ਭਲਾ ਕਰਦੇ ਨੇ। ਅਤੇ ਇੱਥੇ ਇਹ ਵੀ ਯਾਦ ਰਹੇ ਕਿ ਇੱਥੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ ਪੰਚੇ ਸੋਹੈ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ। ਉਹ ਉਹਨਾਂ ਦਾ ਮਾਨਸਿਕ ਵਿਕਾਸ ਕੇਂਦਰਿਤ ਹੋਵੇ, ਉਹਨਾਂ ਨੂੰ ਇਹ ਪਰਖ ਕਰਨ ਦੀ ਸਮਝ ਹੋਵੇ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ, ਮੈਂ ਆਪਣੇ ਸਮਾਜ ਵਾਸਤੇ ਕਰਨਾ ਕੀ ਹੈ। ਤਾਂ ਇਸ ਤਰ੍ਹਾਂ ਇਹ ਸਾਰੀ ਪੌੜੀ ਹੈ ਗੁਰੂ ਸਾਹਿਬ ਨੇ ਅੱਗੇ ਤੋਂ ਅੱਗੇ ਸਾਨੂੰ ਸਮਝਾਉਣ ਵਾਸਤੇ ਗੁਰਬਾਣੀ ਦੇ ਰਾਹੀਂ ਅਗਵਾਈ ਦਿੱਤੀ ਹੈ ਕਿ ਭਾਈ ਇਹੋ ਜਿਹੇ ਚੰਗੇ ਨੇਕ ਇਨਸਾਨ ਬਣਨਾ। ਇਹ ਵੀ ਯਾਦ ਰਵੇ ਉਹਨਾਂ ਜ਼ਮਾਨਿਆਂ 'ਚ ਹੋਰ ਕੋਈ ਵਿੱਦਿਆ ਦਾ ਸਾਧਨ ਨਹੀਂ ਸੀ। ਜੋ ਧਰਮ ਦੀਆਂ ਪੋਥੀਆਂ ਸਨ, ਸਾਰੀ ਦੁਨੀਆ ਦੇ ਵਿੱਚ ਆਪੋ ਆਪਣੇ ਧਰਮਾਂ ਦੀਆਂ ਪੋਥੀਆਂ ਦੇ ਰਾਹੀਂ ਹੀ ਲੋਕਾਂ ਨੂੰ ਗਿਆਨ ਦਿੱਤਾ ਜਾਂਦਾ ਸੀ। ਜਿਹੋ ਜਿਹੀ ਸਿੱਖਿਆ ਆਪਣੀਆਂ ਧਰਮ ਪੁਸਤਕਾਂ ਵਿੱਚ ਕਿਸੇ ਰਹਿਬਰ ਨੇ ਦੇ ਦਿੱਤੀ, ਉਹਦੇ ਸੇਵਕਾਂ ਦਾ ਸੁਭਾਅ, ਉਹਨਾਂ ਦਾ ਵਰਤੋਂ ਵਿਹਾਰ, ਉਹਨਾਂ ਦਾ ਕਈ ਵਾਰੀ ਪਹਿਰਾਵਾ, ਉਹਨਾਂ ਦੇ ਜ਼ਿੰਦਗੀ ਜਿਉਣ ਦੇ ਤੌਰ ਤਰੀਕੇ ਉਹੋ ਜਿਹੇ ਬਣਦੇ ਗਏ ਜਿਹੋ ਜਿਹਾ ਉਹਨਾਂ ਦੇ ਧਰਮ ਆਗੂਆਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ, ਮੱਤ ਦਿੱਤੀ ਸੀ, ਪੋਥੀਆਂ 'ਚ ਲਿਖਿਆ ਸੀ। ਤੋ ਸਿੱਖਾਂ ਵਾਸਤੇ ਗੁਰਬਾਣੀ 'ਚੋਂ ਸਿੱਖ ਕੇ ਬਹੁਤ ਕੁਝ ਅੱਗੇ ਵਧਣ ਦੇ ਰਾਹ ਗੁਰੂ ਸਾਹਿਬ ਨੇ ਦੱਸੇ ਨੇ। ਅਤੇ ਪਰ ਅੱਜ ਦੇ ਸਮੇਂ ਦੇ ਮੁਤਾਬਕ ਹੋਰ ਵੀ ਬਹੁਤ ਕੁਝ ਸਾਨੂੰ ਸਿੱਖਣਾ ਪਊਗਾ। ਗੁਰਬਾਣੀ ਸਾਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਤਾਂ ਕਰਦੀ ਹੈ, ਸਤਿਗੁਰੂ ਦਾ ਧੰਨਵਾਦ ਹੈ, ਪਰ ਅੱਜ ਜਿਹੜੀਆਂ ਨਵੀਆਂ ਲੋੜਾਂ ਨੇ ਸਾਡੀਆਂ, ਉਹਦੇ ਵਾਸਤੇ ਵੀ ਨਵੀਂ ਵਿੱਦਿਆ ਹਾਸਲ ਕਰਨ ਦੀ ਲੋੜ ਹੈ, ਨਹੀਂ ਤਾਂ ਅਸੀਂ ਸਮਾਜ ਦੇ ਵਿੱਚ ਪਛੜ ਜਾਵਾਂਗੇ। ਜੋ ਜ਼ਿੰਦਗੀ ਦੀਆਂ ਅੱਜ ਲੋੜਾਂ ਨੇ, ਇੰਜੀਨੀਅਰ, ਡਾਕਟਰ, ਵਕੀਲ ਅਤੇ ਹੋਰ ਚੰਗੇ ਰੁਤਬੇ, ਰਾਜਨੀਤੀ ਆਦਿਕ, ਉਹਨਾਂ ਨੂੰ ਅਸੀਂ ਜੇ ਨਹੀਂ ਪੜ੍ਹਾਂਗੇ, ਨਹੀਂ ਸਮਝਾਂਗੇ ਅਤੇ ਉਹਨਾਂ ਦੇ ਵਿੱਚੋਂ ਅਸੀਂ ਪਛੜ ਜਾਵਾਂਗੇ। ਵਿਗਿਆਨਕ ਪੱਖ ਦੀ ਜਿਹੜੀ ਅੱਜ ਪੜ੍ਹਾਈ ਲਿਖਾਈ ਹੈ ਉਹਦੀ ਵੀ ਬਹੁਤ ਲੋੜ ਹੈ। ਸੋ ਚੰਗੇ ਇਨਸਾਨ ਬਣਨ ਵਾਸਤੇ ਗੁਰਬਾਣੀ ਨੇ ਸਾਨੂੰ ਉਸ ਸਮੇਂ ਦੇ ਵਿੱਚ ਬਹੁਤ ਸੁੰਦਰ ਅਗਵਾਈ ਦਿੱਤੀ ਹੈ। ਅੱਜ ਵੀ ਅਸੀਂ ਇਹਨੂੰ ਗੁਰੂ ਮੰਨ ਕੇ ਜੀਵਨ ਬਤੀਤ ਕਰਨਾ। ਭਾਈ ਕਰਤਾਰ ਸਿੰਘ ਜੀ ਪਟਿਆਲੇ ਤੋਂ ਸਵਾਲ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਵਾਸਤੇ ਕੀ ਜੁੱਤੀ ਉਤਾਰਨੀ ਜ਼ਰੂਰੀ ਹੈ? ਗੁਰੂ ਪਿਆਰ ਵਾਲਿਓ, ਇਹ ਬਹੁਤ ਕੁਝ ਬ੍ਰਾਹਮਣਵਾਦ, ਪਖੰਡ, ਪੁਜਾਰੀ ਟੋਲੇ ਨੇ ਸਾਡੇ ਮਨਾਂ ਦੇ ਅੰਦਰ ਪਾ ਦਿੱਤਾ ਹੈ, ਜਿਸ ਤੋਂ ਅੱਜ ਨਿਜਾਤ ਪਾਉਣ ਦੀ ਲੋੜ ਹੈ। ਕਿ ਜੁੱਤੀ ਉਤਾਰਨ ਨਾਲ ਮਨੁੱਖ ਬਹੁਤ ਪਵਿੱਤਰ ਹੋ ਗਿਆ? ਮੈਂ ਅਜਿਹੇ ਹਾਲਾਤ ਵੀ ਵੇਖੇ ਨੇ, ਤਪਦੀ ਹੋਈ ਸੜਕ ਦੇ ਉੱਤੇ ਨੰਗੇ ਪੈਰੀਂ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਜਦੋਂ ਕੋਈ ਵੀਰ ਭੈਣ ਸ਼ਰਧਾ ਵਸ ਜਾਂਦਾ ਹੈ, ਉਹਦੇ ਪੈਰ ਸੜਦੇ, ਉਹਨੂੰ ਤੜਫਦਾ, ਉਹਨੂੰ ਬਿਲਕਦਾ ਮੈਂ ਆਪ ਵੇਖ ਚੁੱਕਿਆ। ਅਤੇ ਮੇਰੇ ਨਾਲ ਉਹਨਾਂ ਨੇ ਝਗੜੇ ਵੀ ਕੀਤੇ ਨੇ। ਜਦੋਂ ਮੈਂ ਇਹ ਕਹਿ ਦੇਣਾ ਕਿ ਤੁਸੀਂ ਜੁੱਤੀ ਪਾ ਸਕਦੇ ਹੋ, ਕਹਿੰਦੇ ਫਿਰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਕਿਹਾ ਪਹਿਲਾਂ ਤੁਸੀਂ ਮੈਨੂੰ ਪੁੱਛਿਆ ਹੀ ਕਦੋਂ ਹੈ? ਤੁਸੀਂ ਭਾਈ ਨੂੰ ਪੁੱਛਿਆ ਸੀ, ਜੋ ਭਾਈ ਨੇ ਕਹਿ ਦਿੱਤਾ ਉਹ ਤੁਸੀਂ ਕਰ ਲਿਆ। ਜੁੱਤੀ ਉਤਾਰਨੀ ਕੋਈ ਜ਼ਰੂਰੀ ਨਹੀਂ, ਸਗੋਂ ਸਿੱਖ ਰਹਿਤ ਮਰਿਆਦਾ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਹੋਈ ਹੈ, ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਮੁਸ਼ਕਲ ਵੇਲੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਸਮੇਂ ਜੁੱਤੀ ਪਾਉਣ ਦੀ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ, ਜੁੱਤੀ ਪਾਈ ਜਾ ਸਕਦੀ ਹੈ। ਇੱਥੇ ਇਹ ਧਿਆਨ ਰਵੇ, ਪੁਰਾਤਨ ਸਮੇਂ ਜਿਹਨੂੰ ਕਿ ਸਾਡੇ ਟਕਸਾਲਾਂ ਵਾਲੇ, ਡੇਰਿਆਂ ਵਾਲੇ ਅਤੇ ਨਿਹੰਗ ਸਿੰਘ ਹਰ ਥਾਂ 'ਤੇ ਪੁਰਾਤਨ ਮਰਿਆਦਾ ਦੀ ਡੌਂਡੀ ਪਿੱਟਦੇ ਨੇ, ਸਾਡੇ 'ਤੇ ਰੋਹ ਪਾਉਂਦੇ ਨੇ ਕਿ ਸਾਡੇ ਕੋਲੇ ਤਾਂ ਪੁਰਾਤਨ ਮਰਿਆਦਾ ਹੈ। ਕਦੀ ਸੋਚ ਕੇ ਵੇਖੋ, ਪੁਰਾਤਨ ਸਮੇਂ 'ਤੇ ਗੁਰੂ ਗ੍ਰੰਥ ਸਾਹਿਬ ਦੀਆਂ ਇੰਨੀਆਂ ਪੋਥੀਆਂ ਛਪੀਆਂ ਹੋਈਆਂ ਹੁੰਦੀਆਂ ਸੀ ਬੀੜਾਂ? ਨਹੀਂ ਹੁੰਦੀਆਂ ਸੀ। ਅਗਲੀ ਗੱਲ, ਕਿ ਅੱਜ ਵਾਂਗੂ ਜਿਲਦ ਚੜ੍ਹਾਉਣ ਦਾ ਕੋਈ ਪ੍ਰਬੰਧ ਹੈਗਾ ਸੀ? ਨਹੀਂ ਹੈਗਾ ਸੀ। ਅਤੇ ਜਿਹੜੀ ਕੋਈ ਜਿਲਦ ਚੜ੍ਹਾਈ ਜਾਂਦੀ ਸੀ ਗੁਰੂ ਗ੍ਰੰਥ ਸਾਹਿਬ 'ਤੇ, ਉਹ ਆਮ ਤੌਰ 'ਤੇ ਚਮੜੇ ਦੀ ਚੜ੍ਹਾਈ ਜਾਂਦੀ ਸੀ।
ਤੇ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾਂਦਾ ਸੀ ਤਾਂ ਉਹਨੂੰ ਘੋੜੇ ਤੇ ਲੱਦ ਕੇ ਲਿਜਾਇਆ ਜਾਂਦਾ ਸੀ। ਤੇ ਫਿਰ ਜਦੋਂ ਘੋੜੇ ਤੇ ਲੱਦ ਕੇ ਲਿਜਾ ਰਹੇ ਆ, ਉਹਦਾ ਅੱਗੇ ਕੀ ਢੋਲ ਵਜਾਵਾਂਗੇ, ਪਾਣੀ ਛਿੜਕਾਂਗੇ, ਕੀ ਕਰਾਂਗੇ। ਇਹ ਕਿਹਾ ਜਾਂਦਾ ਹੈ ਕਿ ਦਮਦਮਾ ਸਾਹਿਬ ਤੋਂ, ਇਹ ਟਕਸਾਲ ਦੀ ਮਨੌਤ ਹੈ ਕਿ ਦਮਦਮਾ ਸਾਹਿਬ ਤੋਂ 4 ਬੀੜਾਂ ਲਿਖ ਕੇ ਹਜੂਰ ਸਾਹਿਬ, ਪਟਨਾ ਸਾਹਿਬ ਆਦਿਕ 4 ਤਖਤਾਂ ਤੇ ਭੇਜੀਆਂ ਗਈਆਂ। ਤੇ ਕੀ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੱਕ ਨੰਗੇ ਪੈਰੀਂ ਚੱਲ ਕੇ ਗਏ ਸੀ ਉਹ ਬੀੜਾਂ ਲੈ ਕੇ ਜਾਣ ਵਾਲੇ? ਕਦੀ ਸੋਚੋਗੇ ਇਹਨਾਂ ਗੱਲਾਂ ਬਾਰੇ? ਗੁਰੂ ਪਿਆਰ ਵਾਲਿਓ, ਨੰਗੇ ਪੈਰੀਂ ਚੱਲਣਾ ਕੋਈ ਮਰਿਆਦਾ ਨਹੀਂ ਹੈ। ਮੈਂ ਸੈਕੰਡ ਵਰਲਡ ਵਾਰ ਦੀਆਂ ਅਤੇ ਫਸਟ ਵਰਲਡ ਵਾਰ ਦੀਆਂ ਵੱਡੇ ਵੱਡੇ ਮਿਊਜ਼ੀਅਮਾਂ ਦੇ ਵਿੱਚ ਦੇਸ਼ ਵਿਦੇਸ਼ 'ਚ ਅਜਿਹੀਆਂ ਫੋਟੋਆਂ ਵੇਖ ਚੁੱਕਿਆਂ ਜਿਹੜੇ ਸਿੱਖ ਫੌਜੀ ਅੰਗਰੇਜ਼ੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਸਨ। ਉਹਨਾਂ ਨੇ ਸਰਕਾਰ ਤੋਂ ਇਜਾਜ਼ਤ ਲੈ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਪਣੇ ਨਾਲ ਰੱਖੀਆਂ ਹੋਈਆਂ ਸੀ ਤੇ ਜਦੋਂ ਵੀ ਉਹਨਾਂ ਦਾ ਦਿਲ ਕਰਦਾ ਸੀ, ਵਿਹਲ ਮਿਲਦੀ ਸੀ, ਉਹ ਪਾਠ ਕਰਦੇ ਸੀ ਅਤੇ ਸੁਣਦੇ ਸੀ। ਉਸ ਸਮੇਂ ਦੀਆਂ ਫੋਟੋਆਂ ਮੌਜੂਦ ਨੇ। ਮੈਂ ਇੰਗਲੈਂਡ ਦੇ ਵੱਡੇ ਗੁਰਦੁਆਰਿਆਂ 'ਚ, ਮਿਊਜ਼ੀਅਮ 'ਚ ਇਹ ਆਪ ਵੇਖ ਚੁੱਕਿਆ ਹੋਇਆਂ ਫੋਟੋਆਂ, ਤੇ ਉਹਨਾਂ ਪ੍ਰਬੰਧਕਾਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਹਾਂ ਇਹ ਸੱਚ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਜਿਹੜਾ ਬੰਦਾ ਬੈਠਾ ਹੈ ਤੇ ਉਹਨੇ ਜੁੱਤੀ ਉਤਾਰੀ ਹੋਈ ਹੈ, ਬੂਟ ਉਤਾਰੇ ਹੋਏ ਨੇ, ਬਾਕੀ ਸਾਰੀ ਫੌਜ ਸਮੇਤ ਵਰਦੀ ਦੇ, ਸਮੇਤ ਬੰਦੂਕਾਂ ਦੇ, ਸਟੇਨ ਗੰਨਾਂ ਦੇ ਜਿਹੜੇ ਉਦੋਂ ਹਥਿਆਰ ਸੀ, ਸਮੇਤ ਜੁੱਤੀਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਏ ਨੇ, ਸਮੇਤ ਜੁੱਤੀਆਂ ਦੇ, ਤੇ ਉਹਨਾਂ ਨੂੰ ਕੋਈ ਪਾਪ ਨਹੀਂ ਲੱਗਿਆ। ਭਾਵ ਹੈ ਗੁਰੂ ਸਾਹਿਬ ਦੀ ਗੱਲ ਮੰਨਣੀ। ਜੁੱਤੀਆਂ ਉਤਾਰਨੀਆਂ ਕਿ ਪਾਉਣੀਆਂ, ਪੈਰ ਧੋਣੇ ਕਿ ਨਹੀਂ ਧੋਣੇ, ਇਹ ਸਾਡੀਆਂ ਸਰੀਰਕ ਲੋੜਾਂ ਨੇ। ਗੁਰੂ ਸਾਹਿਬ ਨੇ ਅਜਿਹੀਆਂ ਛੋਟੀਆਂ ਗੱਲਾਂ ਦੇ ਵਿੱਚ ਸਾਨੂੰ ਨਹੀਂ ਉਲਝਾਇਆ। ਹੁਣ ਜਦੋਂ ਅਸੀਂ ਅੱਜ ਇੱਕ ਥਾਂ ਤੋਂ ਦੂਜੀ ਥਾਂ ਤੇ ਗੱਡੀ ਦੇ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਈਏ ਤਾਂ ਕੀ ਗੱਡੀ ਦੇ ਟਾਇਰ ਉਤਾਰਨੇ ਪੈਣਗੇ? ਕਿਉਂਕਿ ਗੱਡੀ ਦੀਆਂ ਜੁੱਤੀਆਂ ਤਾਂ ਟਾਇਰ ਨੇ ਉਹਦਾ ਕੀ ਕਰਾਂਗੇ ਅਸੀਂ? ਤੇ ਜਿਹੜਾ ਅੱਗੇ ਅੱਗੇ ਪਾਣੀ ਛਿੜਕਣਾ, ਕਾਰਾਂ ਦੇ ਅੱਗੇ ਪਾਣੀ ਕਿਵੇਂ ਛਿੜਕਾਂਗੇ? ਇਹ ਸਾਰਾ ਕੁਝ ਭਰਮ ਸਾਡੇ ਮਨਾਂ 'ਚ ਪੁਜਾਰੀਆਂ ਨੇ ਇੰਨਾ ਪਾ ਦਿੱਤਾ, ਗੁਰਬਾਣੀ ਪੜ੍ਹਨ ਦਾ, ਸਮਝਣ ਦਾ ਸਾਡਾ ਰਾਹ ਹੀ ਬੰਦ ਕਰ ਦਿੱਤਾ। ਸਾਰੇ ਕੰਮਾਂ 'ਚ, ਇਹਨਾਂ ਵਿਖਾਵੇ ਵਾਲਿਆਂ 'ਚ, ਕਰਮਕਾਂਡਾਂ 'ਚ ਸਾਨੂੰ ਉਲਝਾ ਦਿੱਤਾ। ਤੇ ਜੇ ਪੁਜਾਰੀ ਨੂੰ ਥੋੜ੍ਹੇ ਬਹੁਤੇ ਪੈਸੇ ਵਾਧੂ ਦੇ ਦਿੱਤੇ ਜਾਣ ਤਾਂ ਉਦੋਂ ਸਾਰੇ ਸਾਡੇ ਕੀਤੇ ਜਿਹੜੇ ਉਹਨੂੰ ਮਾੜੇ ਕੰਮ ਲੱਗਦੇ ਨੇ, ਜੁੱਤੀ ਪਾਉਣੀ ਹੈ ਕਿ ਨਾ ਪਾਉਣੀ, ਫਿਰ ਉਹ ਮਾਫ ਕਰ ਦਿੰਦਾ। ਉਹ ਕਹਿੰਦਾ ਚਲੋ ਜੀ ਜੇ ਗਲਤੀ ਹੋ ਗਈ ਹੈ ਫਿਰ ਆਪਾਂ ਅਰਦਾਸ ਕਰ ਦਿੰਦੇ ਹਾਂ। ਇਹ ਸਾਰਾ ਕੁਝ ਕਮਾਈ ਦਾ ਸਾਧਨ ਬਣ ਚੁੱਕਿਆ। ਅੱਜ ਤਾਂ ਗੁਰੂ ਗ੍ਰੰਥ ਸਾਹਿਬ ਸਾਡੇ ਮੋਬਾਈਲ ਦੇ ਵਿੱਚ ਵੀ ਹੈ। ਕੀ ਅਸੀਂ ਸਾਰਾ ਦਿਨ ਜੁੱਤੀ ਉਤਾਰ ਕੇ ਰੱਖਿਆ ਕਰੀਏ? ਅੱਜ ਤਾਂ ਟੀਵੀ ਚੈਨਲਾਂ 'ਤੇ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਤੇ ਪਾਠ ਗੁਰਬਾਣੀ ਦਾ ਟੀਵੀ ਚੈਨਲਾਂ 'ਤੇ ਚੱਲ ਰਿਹਾ ਹੈ। ਨੈੱਟ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਤਰ੍ਹਾਂ ਤਰ੍ਹਾਂ ਦੇ ਅਰਥਾਂ ਵਾਲੀਆਂ ਪੋਥੀਆਂ ਅਤੇ ਜਿਹੜੇ ਗੁਰਬਾਣੀ ਦਾ ਪਾਠ, ਉਹ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਅੱਜ ਪੈਨ ਡਰਾਈਵ ਵਿੱਚ, ਸੀਡੀਆਂ 'ਚ, ਸਭ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਪਾਇਆ ਜਾ ਸਕਦਾ ਹੈ। ਫਿਰ ਇਹ ਜੁੱਤੀ ਜੋੜਿਆਂ ਵਾਲਾ ਮਸਲਾ ਕਿਵੇਂ ਆ ਗਿਆ ਵਿਚਾਲੇ? ਇਹ ਸਾਡੀ ਬਹੁਤ ਸੀਮਤ ਸੌੜੀ ਸੋਚ ਦਾ ਇੱਕ ਪ੍ਰਮਾਣ ਹੈ ਕਿ ਇਹੋ ਜਿਹੇ ਤਾਂ ਜਿਹੜੀ ਮਰਿਆਦਾਵਾਂ ਗੁਰੂ ਸਾਹਿਬ ਨੇ ਕਦੇ ਵੀ ਨਹੀਂ ਬਣਾਈਆਂ ਸੀ, ਨਾ ਇਹਨਾਂ ਦੀ ਕੋਈ ਜ਼ਰੂਰਤ ਹੈ। ਆਪਣੀ ਲੋੜ ਦੇ ਮੁਤਾਬਕ ਸਾਫ਼ ਸਫਾਈ ਦਾ ਪ੍ਰਬੰਧ ਰੱਖਣਾ ਹੈ, ਆਪਣੀ ਲੋੜ ਦੇ ਮੁਤਾਬਕ ਖਾਣ ਪੀਣ ਦਾ ਪ੍ਰਬੰਧ ਕਰਨਾ ਹੈ, ਆਪਣੀ ਲੋੜ ਦੇ ਮੁਤਾਬਕ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕਰਨਾ ਹੈ, ਆਪਣੀ ਲੋੜ ਦੇ ਮੁਤਾਬਕ ਕਿਹੜਾ ਕੱਪੜਾ ਪਾਉਣਾ ਹੈ, ਕਿਹੜੇ ਬੂਟ ਪਾਉਣੇ ਨੇ, ਕਿਹੜੀ ਜੁੱਤੀ ਪਾਉਣੀ ਹੈ, ਕਿਹੜੀ ਪੱਗ ਬੰਨਣੀ ਹੈ, ਇਹ ਪੁਜਾਰੀ ਨੂੰ ਪੁੱਛ ਕੇ ਨਹੀਂ ਕਰਨਾ। ਸਾਡੀਆਂ ਆਪਣੀਆਂ ਅੱਜ ਦੇ ਸਮੇਂ ਦੀਆਂ ਲੋੜਾਂ ਨੇ। ਜਿਹੜੀ ਚੀਜ਼ ਸਾਨੂੰ ਸੌਖ ਨਾਲ ਪ੍ਰਾਪਤ ਹੋ ਸਕਦੀ ਹੈ, ਸੌਖੇ ਢੰਗ ਨਾਲ ਅਸੀਂ ਜਿਹੜਾ ਕੰਮ ਕਰ ਸਕਦੇ ਹਾਂ, ਸਾਨੂੰ ਉਹ ਕੰਮ ਕਰਨਾ ਚਾਹੀਦਾ, ਨਾ ਕਿ ਪੁਜਾਰੀਆਂ ਦੇ ਪਿੱਛੇ ਲੱਗ ਕੇ ਕਿਸੇ ਭਰਮ 'ਚ ਨਹੀਂ ਪੈ ਜਾਣਾ ਚਾਹੀਦਾ। ਜੁੱਤੀ ਪਾਉਣੀ ਕੋਈ ਮਨਾਹੀ ਨਹੀਂ ਹੈ ਤਾਂ ਇਹ ਪਾਈ ਜਾ ਸਕਦੀ ਹੈ। ਇਸ ਭਰਮ 'ਚੋਂ ਨਿਕਲ ਜਾਣਾ ਚਾਹੀਦਾ ਸਾਨੂੰ। ਸਵਾਲ ਨੰਬਰ 98 ਭਾਈ ਜਸਵਿੰਦਰ ਸਿੰਘ ਜੀ ਖੰਨਾ ਤੋਂ ਪੁੱਛਦੇ ਨੇ ਕਿ ਬਿਨਾਂ ਇਸ਼ਨਾਨ ਕੀਤੇ ਗੁਰਦੁਆਰੇ ਜਾਇਆ ਜਾ ਸਕਦਾ ਹੈ? ਜੀ ਹਾਂ, ਜਾਇਆ ਜਾ ਸਕਦਾ ਹੈ। ਤੇ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸਨ ਉਦੋਂ ਇਸ਼ਨਾਨ ਕਰਨ ਵਾਸਤੇ ਉਹਨਾਂ ਕੋਲੇ ਕੋਈ ਵੀ ਸਾਧਨ ਨਹੀਂ ਸੀ। ਦੁਸ਼ਮਣ ਪਿੱਛੇ ਲੱਗਿਆ ਹੁੰਦਾ ਸੀ। ਅੱਜ ਰਾਤ ਇੱਥੇ ਕੱਟਣੀ ਹੈ ਤੇ ਕੱਲ੍ਹ ਨੂੰ ਕਿਤੇ ਹੋਰ ਕੱਟਣੀ ਹੈ, ਇਹਦਾ ਕੋਈ ਪੱਕਾ ਨਿਯਮ ਨਹੀਂ ਸੀ। ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪੋਥੀਆਂ ਉਹਨਾਂ ਦੇ ਬਹੁਤੀ ਵਾਰੀ ਨਾਲ ਹੀ ਹੁੰਦੀਆਂ ਸੀ ਤੇ ਉਹਨਾਂ ਨੂੰ ਕਈ ਵਾਰੀ ਤਾਂ ਲੰਮੇ ਸਮੇਂ ਤੱਕ ਆਰਾਮ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ। ਕੀ ਉਹ ਇਸ਼ਨਾਨ ਦੇ ਚੱਕਰ 'ਚ ਹੀ ਪਏ ਹੋਏ ਸੀ? ਕੀ ਉਦੋਂ ਅੱਜ ਵਾਂਗੂ ਉਹਨਾਂ ਨੂੰ ਬਾਥਰੂਮ ਵਗੈਰਾ ਕਿਤੋਂ ਮਿਲ ਸਕਦੇ ਸੀ? ਕੀ ਅੱਜ ਵਰਗੇ ਟੂਟੀਆਂ ਅਤੇ ਹੋਰ ਸਾਧਨ ਹੈਗੇ ਸੀ ਉਦੋਂ? ਪਿਆਰਿਓ, ਉਦੋਂ ਤਾਂ ਦਰਿਆਵਾਂ ਦਾ ਪਾਣੀ ਸੀ,
ਜਾਂ ਟੋਭਿਆਂ ਛੱਪੜਾਂ ਸਰੋਵਰਾਂ ਦਾ ਪਾਣੀ ਸੀ, ਝੀਲਾਂ ਦਾ ਪਾਣੀ ਸੀ। ਇੱਧਰੋਂ ਉੱਧਰੋਂ ਕਈ ਵਾਰੀ ਘੜੇ ਭਰ ਕੇ ਪਾਣੀ ਦੇ ਲਿਆਉਂਦੇ ਸੀ ਤੇ ਉਹਦੇ ਨਾਲ ਲੋੜਾਂ ਪੂਰੀਆਂ ਕਰਦੇ ਸੀ। ਅੱਜ ਵਰਗੇ ਸਾਧਨ ਉਦੋਂ ਨਹੀਂ ਸੀ। ਇਹ ਜਿਹੜਾ ਇਸ਼ਨਾਨ ਵਗੈਰਾ ਦਾ ਅੱਜ ਸਾਨੂੰ ਬਖੇੜਾ ਭੰਬਲ ਭੂਸਾ ਖੜਾ ਕੀਤਾ ਗਿਆ ਹੈ, ਇਹ ਤਾਂ ਸਾਨੂੰ ਪੁਜਾਰੀ ਨੇ ਡਰਾ ਦਿੱਤਾ। ਸੁੱਚਮ ਰੱਖੋ, ਸੁੱਚਮ ਰੱਖੋ, ਕਿਤੇ ਤੁਸੀਂ ਭਿੱਟੇ ਨਾ ਜਾਓ, ਕਿਤੇ ਤੁਹਾਨੂੰ ਪਾਪ ਨਾ ਲੱਗ ਜਾਵੇ। ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਮਸਲਾ ਹੈ ਸਫਾਈ ਦਾ। ਜਦੋਂ ਤੁਸੀਂ ਆਪਣੇ ਆਪ ਨੂੰ ਸਾਫ ਸੁਥਰਾ ਸਮਝਦੇ ਹੋ ਤਾਂ ਤੁਸੀਂ ਗੁਰਦੁਆਰੇ ਜਾ ਸਕਦੇ ਹੋ। ਪੈਰ ਲਿਬੜੇ ਲੈ ਕੇ ਜਾਂ ਕੋਈ ਬਦਬੂ ਮਾਰਦੀ ਚੀਜ਼ ਲੈ ਕੇ, ਕੋਈ ਹੋਰ ਕਿਸੇ ਤਰੀਕੇ, ਜੇ ਕੋਈ ਤੁਹਾਡਾ ਕੱਪੜਾ ਲੀੜਾ ਸਮਾਜਿਕ ਤੌਰ 'ਤੇ ਠੀਕ ਤੁਸੀਂ ਮਹਿਸੂਸ ਨਹੀਂ ਕਰਦੇ ਤਾਂ ਉਦੋਂ ਤੁਸੀਂ ਗੁਰਦੁਆਰੇ ਨਾ ਜਾਓ। ਜੇ ਸਮਾਜਿਕ ਤੌਰ 'ਤੇ ਤੁਹਾਡਾ ਸਾਰਾ ਬਣਤਰ ਵਿਹਾਰ ਪਹਿਰਾਵਾ ਠੀਕ ਹੈ, ਤੁਸੀਂ ਬਿਨਾਂ ਇਸ਼ਨਾਨ ਕੀਤੇ ਵੀ ਗੁਰਦੁਆਰੇ ਜਾ ਸਕਦੇ ਹੋ। ਇਸ਼ਨਾਨ ਕਰਨ ਦੀ ਕੋਈ ਪਾਬੰਦੀ ਨਹੀਂ ਹੈ। ਜਿਹੜਾ ਵੀਰ ਇਹੋ ਜਿਹੀਆਂ ਗੱਲਾਂ ਕਰਦਾ ਕਿ ਮੈਂ ਇਸ਼ਨਾਨ ਤੋਂ ਬਿਨਾਂ ਗੁਰਦੁਆਰੇ ਨਹੀਂ ਜਾਣਾ, ਇਹ ਉਹਦਾ ਨਿੱਜੀ ਫੈਸਲਾ ਤਾਂ ਹੋ ਸਕਦਾ ਹੈ, ਪਰ ਪੰਥ ਨਾਲ ਜਾਂ ਸਮਾਜ ਨਾਲ ਜਾਂ ਦੁਨੀਆ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਉਹਦੀ ਆਪਣੀ ਸੀਮਤ ਸੋਚ ਹੈ। ਇਸ਼ਨਾਨ ਕਰਨਾ ਚੰਗੀ ਗੱਲ ਹੈ। ਜੇ ਉਹ ਇਸ਼ਨਾਨ ਕਰਨ ਨੂੰ ਇੰਨਾ ਚੰਗਾ ਸਮਝਦਾ ਫਿਰ ਇਸ਼ਨਾਨ ਕਰਕੇ ਆ ਜਾ ਕਰੇ, ਜੇ ਉਹਦਾ ਆਉਣ ਨੂੰ ਦਿਲ ਕਰਦਾ। ਪਰ ਇਹਦੀ ਇਹ ਕੋਈ ਪਾਬੰਦੀ ਨਹੀਂ ਹੈ ਕਿ ਇਸ਼ਨਾਨ ਤੋਂ ਬਿਨਾਂ ਗੁਰਦੁਆਰੇ ਨਹੀਂ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਜਾ ਸਕਦਾ। ਇਹੋ ਜਿਹੀ ਕੋਈ ਪਾਬੰਦੀ ਨਹੀਂ। ਮਸਲਾ ਹੈ ਸਫਾਈ ਦਾ, ਤਾਂ ਕਿ ਅਸੀਂ ਸਾਫ ਸੁਥਰੇ ਢੰਗ ਦੇ ਨਾਲ ਸੰਗਤ ਦੇ ਵੀ ਜਾਈਏ, ਸਾਫ ਸੁਥਰੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਈਏ ਤੇ ਬਾਣੀ ਨੂੰ ਸੁਣ ਕੇ ਸਮਝ ਕੇ ਆਪਣਾ ਜੀਵਨ ਸਫਲਾ ਕਰੀਏ। ਤਾਂ ਗੁਰਬਾਣੀ ਤਾਂ ਸਾਨੂੰ ਬਹੁਤ ਕੁਝ ਸੁੱਚਮ ਬਾਰੇ, ਸਾਫ ਸਫਾਈ ਬਾਰੇ ਅਗਵਾਈ ਪਹਿਲਾਂ ਹੀ ਬਖਸ਼ਦੀ ਹੈ। ਬਾਣੀ ਪੜ੍ਹ ਕੇ ਆਪ ਹੀ ਤੁਸੀਂ ਫੈਸਲਾ ਕਰ ਸਕਦੇ ਹੋ। ਅਗਲਾ ਸਵਾਲ 99 ਨੰਬਰ ਭਾਈ ਅਮਰੀਕ ਸਿੰਘ ਨੌਸ਼ਹਿਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਪੁੱਛਦੇ ਨੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜਾਂ ਫਿਰ ਨਿਰਗੁਣ ਆਪ ਸਰਗੁਣ ਵੀ ਉਹੀ। ਇਹ ਪ੍ਰਮਾਤਮਾ ਦਾ ਨਿਰਗੁਣ ਅਤੇ ਸਰਗੁਣ ਸਰੂਪ, ਇਹਦੇ ਬਾਰੇ ਕੁਝ ਦੱਸੋ। ਸਰਗੁਣ ਸਰੂਪ ਤਾਂ ਉਹਨਾਂ ਨੂੰ ਸਮਝ ਆ ਗਿਆ, ਭਾਵ ਕਿ ਜਿਹੜਾ ਕੁਝ ਕਾਇਨਾਤ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ, ਜੀਵ ਜੰਤੂ, ਪਸ਼ੂ ਪੰਛੀ ਅਤੇ ਬਨਸਪਤੀ ਵਗੈਰਾ, ਇਹ ਸਾਰਾ ਕੁਝ ਜੋ ਨਜ਼ਰ ਆ ਰਿਹਾ ਹੈ ਸਮੇਤ ਧਰਤੀ, ਚੰਦ, ਸੂਰਜ, ਤਾਰੇ, ਇਹ ਹੈ ਉਹਦਾ ਦਿਸਦਾ ਰੂਪ, ਸਰਗੁਣ ਸਰੂਪ ਜਿਹਨੂੰ ਕਹਿ ਦਿੱਤਾ ਜਾਂਦਾ ਹੈ। ਅਤੇ ਜਿਹੜਾ ਨਿਰਗੁਣ ਸਰੂਪ ਹੈ ਉਹ ਹੈ ਇਹਦੇ ਪਿੱਛੇ ਵੱਡਾ ਨਿਯਮ, ਵੱਡਾ ਕਾਨੂੰਨ, ਕਠੋਰ ਕਾਨੂੰਨ ਜਿਹਨੂੰ ਕਹਿ ਦਈਏ ਕਿ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਅਸੀਂ ਨਹੀਂ ਕਰ ਸਕਦੇ, ਉਹ ਹੈ ਉਹਦਾ ਨਿਰਗੁਣ ਸਰੂਪ। ਹੁਣ ਮਨੁੱਖ ਦੇ ਅੱਖਾਂ ਕਿਵੇਂ ਬਣਦੀਆਂ ਨੇ ਅਸੀਂ ਇਹਦਾ ਜਵਾਬ ਨਹੀਂ ਦੇ ਸਕਦੇ। ਸਾਡੇ ਸਰੀਰ ਦੇ ਅੰਗ ਅਸੀਂ ਦੁੱਧ, ਮੱਖਣ, ਸਬਜ਼ੀ, ਫਰੂਟ ਅਤੇ ਹੋਰ ਜਿਹੜੀਆਂ ਚੀਜ਼ਾਂ ਛਕਦੇ ਹਾਂ, ਅਤੇ ਉਹਨਾਂ ਦੇ ਛਕਣ ਤੋਂ ਬਾਅਦ ਸਾਡੇ ਅੰਦਰ ਕੀ ਕੀ ਬਣ ਜਾਂਦਾ ਹੈ। ਖੂਨ ਬਣਦਾ ਹੈ, ਹੱਡੀਆਂ ਬਣਦੀਆਂ ਨੇ, ਚਮੜੀ ਬਣਦੀ ਹੈ, ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ। ਦਿਮਾਗ ਦੇ ਅੰਦਰ ਸੋਚਣ ਸ਼ਕਤੀ ਪੈਦਾ ਹੁੰਦੀ ਹੈ। ਬੋਲਣਾ, ਸੁਣਨਾ, ਸਮਝਣਾ, ਸਰੀਰ ਤੋਂ ਕੰਮ ਲੈਣਾ, ਅਨੇਕ ਪ੍ਰਕਾਰ ਦੀਆਂ ਅਸੀਂ ਜ਼ਿੰਮੇਵਾਰੀਆਂ ਚੁੱਕਦੇ ਹਾਂ। ਇਹ ਸਾਡੇ ਅੰਦਰ ਜੋ ਸਿਸਟਮ ਚੱਲ ਰਿਹਾ ਹੈ, ਇਹਦੇ ਬਾਰੇ ਪੂਰੀ ਤਰ੍ਹਾਂ ਕੋਈ ਵੀ ਬੰਦਾ ਆਮ ਸਾਡੇ 'ਚੋਂ ਨਹੀਂ ਦੱਸ ਸਕਦਾ। ਇਹ ਵਿਗਿਆਨੀਆਂ ਨੇ ਇਸ ਪਾਸੇ ਬਹੁਤ ਖੋਜ ਕੀਤੀ ਹੈ, ਉਹ ਕਾਫੀ ਹੱਦ ਤੱਕ ਸਾਨੂੰ ਦੱਸਦੇ ਨੇ, ਪਰ ਸਾਡੀ ਸਮਝ ਤੋਂ ਬਹੁਤ ਪਰੇ ਦੀਆਂ, ਉੱਚੇ ਲੈਵਲ ਦੀਆਂ ਇਹ ਗੱਲਾਂ ਨੇ। ਗੁਰੂ ਪਿਆਰ ਵਾਲਿਓ, ਸਾਡੇ ਜਿਹੜਾ ਅੰਦਰ ਇਹ ਸਿਸਟਮ ਚੱਲ ਰਿਹਾ ਹੈ, ਇਹ ਹੈ ਨਿਰਗੁਣ ਸਰੂਪ। ਇੱਕ ਨਿੱਕੇ ਜਿਹੇ ਸਪਰਮਸ ਤੋਂ, ਨਿੱਕੇ ਜਿਹੇ ਜੀਵਾਣੂ ਤੋਂ ਬੱਚਾ ਬਣ ਜਾਣਾ, ਉਹਦਾ ਪੂਰਾ ਇਨਸਾਨੀ ਰੂਪ ਉਹਨੇ ਧਾਰ ਲੈਣਾ, ਅਤੇ ਉਹਦਾ ਉਸੇ ਤਰ੍ਹਾਂ ਸਰੀਰ ਦੀ ਬਣਤਰ ਜਿਵੇਂ ਕਿ ਬਾਕੀ ਜੀਵਾਂ ਦੇ, ਇਨਸਾਨਾਂ ਦੇ ਸਰੀਰ ਦੀ ਬਣਤਰ ਹੈ, ਉਸ ਤਰ੍ਹਾਂ ਦੀ ਉਹਦੀ ਬਣਤਰ ਦੀ ਘਾੜਤ ਸਰੀਰ ਦੀ ਆਪੇ ਘੜੀ ਜਾਣੀ। ਇਹਦੇ ਪਿੱਛੇ ਵੱਡਾ ਕਾਨੂੰਨ ਕੰਮ ਕਰਦਾ ਹੈ। ਨਹੀਂ ਤਾਂ ਕਦੀ ਵੇਖਿਆ ਕਿ ਇੱਕ ਇਨਸਾਨ ਦੇ ਉਂਗਲਾਂ 5 ਨੇ ਅਤੇ ਦੂਜੇ ਦੇ 8 ਹੋ ਗਈਆਂ, ਤੀਜੇ ਦੇ 10 ਹੋ ਗਈਆਂ, ਇੱਕ ਦੇ 2 ਲੱਤਾਂ ਨੇ ਅਤੇ ਕਿਸੇ ਹੋਰ ਦੇ 4 ਲੱਤਾਂ ਹੋ ਗਈਆਂ। ਇਸ ਤਰ੍ਹਾਂ ਕਦੀ ਵੀ ਨਹੀਂ ਬਦਲਦਾ। ਅੱਖਾਂ 2 ਨੇ ਅਤੇ ਸਾਰਿਆਂ ਦੇ 2 ਹੀ ਰਹਿਣਗੀਆਂ। ਜੇ ਕਿਤੇ ਕੁਝ ਵਾਧ ਘਾਟ ਹੁੰਦੀ ਹੈ ਤਾਂ ਉਹਨੂੰ ਵਿਗਿਆਨੀਆਂ ਨੇ ਸਾਨੂੰ ਸਮਝਾਇਆ ਕਿ ਉਹਦੇ ਸਰੀਰਕ ਵਿਕਾਸ ਦੇ ਵਿੱਚ ਕੋਈ ਵਿਗਾੜ ਪਿਆ, ਕੋਈ ਬਿਮਾਰੀ ਲੱਗੀ ਹੈ, ਸੈੱਲਾਂ ਦੀ ਭੰਨ ਤੋੜ ਹੋਈ ਹੈ, ਤਾਂ ਇਹ ਨੁਕਸ ਪਿਆ, ਨਹੀਂ ਤਾਂ ਇਹ ਨੁਕਸ ਨਹੀਂ ਸੀ ਪੈਣਾ। ਕੁਦਰਤ ਦਾ ਨਿਯਮ ਲਗਾਤਾਰ ਇੱਕੋ ਸਾਰ ਚੱਲ ਰਿਹਾ ਹੈ। ਸੂਰਜ
ਕਿੰਨੇ ਵਜੇ ਚੜ੍ਹਨਾ ਹੈ, ਕਿੰਨੇ ਵਜੇ ਛਿਪਣਾ ਹੈ, ਇਹ ਸਾਡੀ ਸਮਝ ਤੋਂ ਅਤੇ ਸਾਡੇ ਕੰਟਰੋਲ ਤੋਂ ਬਾਹਰ ਹੈ। ਉਹ ਆਪਣੇ ਆਪ ਆਪਣੇ ਨਿਯਮ ਦੇ ਮੁਤਾਬਕ ਕੰਮ ਕਰ ਰਿਹਾ ਹੈ। ਉਹਨੇ ਧਰਤੀ ਤੋਂ ਕਦੋਂ ਦੂਰ ਹੋਣਾ ਅਤੇ ਕਦੋਂ ਧਰਤੀ ਦੇ ਨੇੜੇ ਆਉਣਾ ਹੈ, ਰੁੱਤਾਂ ਕਿਵੇਂ ਬਦਲਣੀਆਂ ਨੇ, ਇਹ ਸਾਡੀ ਸਮਝ ਤੋਂ ਅਤੇ ਸਾਡੀ ਸਮਰੱਥਾ ਤੋਂ ਬਹੁਤ ਉੱਪਰ ਦੀਆਂ ਗੱਲਾਂ ਨੇ। ਤੋ ਇਹ ਚੀਜ਼ਾਂ ਵਿਗਿਆਨੀ ਵੀ ਦੱਸ ਤਾਂ ਸਕਦੇ ਨੇ, ਪਰ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਸੂਰਜ ਨੂੰ ਜਾਂ ਧਰਤੀ ਨੂੰ ਇੱਕ ਦੂਜੇ ਤੋਂ ਦੂਰ ਨੇੜੇ ਉਹ ਨਹੀਂ ਕਰ ਸਕਦੇ। ਤੋ ਇਹ ਜਿਹੜਾ ਇਹਦੇ ਪਿੱਛੇ ਅਟੱਲ ਨਿਯਮ ਕਾਨੂੰਨ ਚੱਲ ਰਿਹਾ ਹੈ, ਉਹ ਹੈ ਨਿਰਗੁਣ ਸਰੂਪ। ਸਾਡੀ ਸਮਝ ਹੈ ਧਰਤੀ ਦੇ ਉੱਤੇ ਰਹਿਣਾ, ਜਿਉਣਾ, ਬਸਣਾ, ਖਾਣਾ, ਪੀਣਾ, ਪਹਿਨਣਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਇਹ ਕੰਮ ਅਸੀਂ ਦਿਆਨਤਦਾਰੀ ਨਾਲ ਕਰ ਲਈਏ, ਸਾਡੇ ਵਾਸਤੇ ਤਾਂ ਇੰਨਾ ਹੀ ਬਹੁਤ ਹੈ। ਆਹ ਨਿਰਗੁਣ ਅਤੇ ਸਰਗੁਣ ਦਾ ਜਿਹੜਾ ਸਾਡੇ ਪੁਜਾਰੀਆਂ ਨੇ, ਸਾਧਾਂ ਸੰਤਾਂ ਨੇ ਸਾਡੇ 'ਤੇ ਭਾਰ ਲੱਦਿਆ ਹੋਇਆ, ਇਹਨੂੰ ਆਪਾਂ ਰਹਿਣ ਦਈਏ। ਇਹ ਸਾਡੇ ਵੱਸ ਦਾ ਕੰਮ ਨਹੀਂ ਹੈ। ਇਹ ਉੱਚੇ ਲੈਵਲ ਦੇ ਵਿਗਿਆਨੀਆਂ ਆਦਿਕ ਦੀ ਜਿਹੜੀ ਪਹੁੰਚ ਦੇ ਵਿੱਚ ਕੁਝ ਹੱਦ ਤੱਕ ਇਹ ਚੀਜ਼ਾਂ ਹੋ ਸਕਦੀਆਂ ਨੇ। ਉਹ ਸਾਨੂੰ ਲਿਖਤਾਂ ਦੇ ਰਾਹੀਂ ਸਮਝਾਉਂਦੇ ਵੀ ਰਹਿੰਦੇ ਨੇ। ਅਸੀਂ ਆਪਣੀਆਂ ਆਲੇ ਦੁਆਲੇ ਦੀਆਂ ਜ਼ਿੰਮੇਵਾਰੀਆਂ ਨਿਭਾਈਏ। ਰੱਬ ਤੱਕ ਸਾਡੀ ਪਹੁੰਚ ਨਹੀਂ ਹੈ। ਉਹਦਾ ਤਾਂ ਸਰਗੁਣ ਸਰੂਪ ਵੀ ਸਾਨੂੰ ਸਾਰਾ ਨਹੀਂ ਪਤਾ। ਨਿਰਗੁਣ ਸਰੂਪ ਭਾਵ ਕਿ ਉਹਦੇ ਕਾਨੂੰਨ ਵਿਧਾਨ ਨੂੰ ਤਾਂ ਸਮਝਣਾ ਸਾਡੇ ਵਾਸਤੇ ਬਹੁਤ ਔਖਾ ਹੈ। ਸੋ ਜਿਹੜਾ ਕੋਈ ਚੱਲ ਰਿਹਾ ਉਹਦੇ ਨਿਯਮ ਕਾਨੂੰਨ ਦੇ ਵਿੱਚ ਹੀ ਚੱਲ ਰਿਹਾ। ਸਵਾਲ ਨੰਬਰ 100 ਭਾਈ ਸੁਦਾਗਰ ਸਿੰਘ ਇਟਲੀ ਤੋਂ ਪੁੱਛਦੇ ਨੇ ਕਿ ਸੰਤ ਸੰਗਤ ਜਾਂ ਸਾਧ ਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਚੰਗੇ ਇਨਸਾਨਾਂ ਦੇ ਜੋੜ ਮੇਲ ਨੂੰ ਸਤ ਸੰਗਤ ਜਾਂ ਸਾਧ ਸੰਗਤ ਕਿਹਾ ਜਾਂਦਾ ਹੈ। ਜਿਹੜੇ ਅਸੀਂ ਧਰਮ ਸਥਾਨ ਦੇ ਵਿੱਚ ਇਕੱਠੇ ਹੁੰਦੇ ਹਾਂ, ਸਾਡੇ ਪ੍ਰਚਾਰਕਾਂ ਦਾ ਜਾਂ ਗੁਰੂ ਸਾਹਿਬਾਨ ਦਾ ਇਹੋ ਹੀ ਟੀਚਾ ਹੁੰਦਾ ਹੈ, ਮਕਸਦ ਹੁੰਦਾ ਹੈ ਕਿ ਇਨਸਾਨਾਂ ਨੂੰ ਚੰਗੇ ਰਾਹ ਪਾਇਆ ਜਾਵੇ, ਵਿਕਾਰਾਂ ਤੋਂ ਰੋਕਿਆ ਜਾਵੇ ਅਤੇ ਚੰਗੇ ਗੁਣ ਉਹਨਾਂ ਦੇ ਅੰਦਰ ਪੈਦਾ ਕੀਤੇ ਜਾਣ। ਗੁਰਬਾਣੀ ਦੇ ਪ੍ਰਮਾਣ ਹਵਾਲੇ ਦੇ ਕੇ ਹੋਰ ਵਿਦਵਾਨਾਂ ਦੀਆਂ ਚੰਗੀਆਂ ਆਖੀਆਂ ਗੱਲਾਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਪ੍ਰੇਰਨਾ ਕੀਤੀ ਜਾਵੇ ਕਿ ਭਾਈ ਤੁਸੀਂ ਇਹੋ ਜਿਹੇ ਕੰਮ ਜਿਹੜੇ ਚੰਗੇ ਨੇ ਉਹ ਕਰਨੇ ਨੇ, ਜਿਹੜੇ ਬੁਰੇ ਕੰਮ ਨੇ ਇਹ ਤੁਸੀਂ ਨਹੀਂ ਕਰਨੇ। ਹੁਣ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਉਹਨਾਂ ਦਾ ਮਾਨਸਿਕ ਵਿਕਾਸ ਹੌਲੀ ਹੌਲੀ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਪਿਛਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਦੇ ਧਰਮ ਮੁਖੀਆਂ ਨੇ ਧਰਮਸ਼ਾਲਾ ਜਾਂ ਗੁਰਦੁਆਰਾ ਜਾਂ ਮਸਜਿਦ ਜਾਂ ਗਿਰਜਾ ਜਾਂ ਹੋਰ ਜਿਹੜੇ ਮੰਦਰ ਆਦਿਕ ਨੇ, ਧਰਮ ਸਥਾਨ ਨੇ, ਉਹਨਾਂ ਦੇ ਵਿੱਚ ਹੀ ਆਪਣੇ ਲੋਕਾਂ ਨੂੰ ਜਿਹੋ ਜਿਹੀ ਉਹਨਾਂ ਜ਼ਮਾਨਿਆਂ ਦੇ ਮੁਖੀਆਂ ਨੂੰ ਸਮਝ ਸੀ, ਆਪਣੇ ਲੋਕਾਂ ਨੂੰ ਉਹ ਅਕਲ ਗਿਆਨ ਦਿੰਦੇ ਗਏ ਅਤੇ ਉਸ ਅਕਲ ਅਤੇ ਗਿਆਨ ਦੀ ਬਦੌਲਤ ਉਹਨਾਂ ਦੇ ਸਮਾਜ ਦੀ ਘਾੜਤ ਘੜੀ ਗਈ। ਮਾਨਸਿਕ ਬਣਤਰ ਉਹੀ ਜਿਹੀ ਬਣਦੀ ਗਈ ਜਿਹੋ ਜਿਹਾ ਲਗਾਤਾਰ ਉਹਨਾਂ ਦੀਆਂ ਧਰਮ ਪੁਸਤਕਾਂ 'ਚੋਂ ਪ੍ਰਚਾਰ ਹੁੰਦਾ ਗਿਆ ਅਤੇ ਉਹ ਜਿਹੜਾ ਧਰਮ ਪ੍ਰਚਾਰ ਸੀ ਉਹਨਾਂ ਦਾ, ਉਸ ਨੇ ਸਾਡੇ 'ਤੇ ਬੇਅੰਤ ਪ੍ਰਭਾਵ ਪਾਇਆ। ਅੱਜ ਜਦੋਂ ਅਸੀਂ ਸਾਧ ਸੰਗਤ ਜਾਂ ਸੰਤ ਸੰਗਤ ਕਹਿੰਦੇ ਹਾਂ, ਇਹਦਾ ਮਤਲਬ ਵੀ ਇਹੀ ਹੈ ਕਿ ਤੁਸੀਂ ਇੱਥੇ ਚੰਗੇ ਇਨਸਾਨ, ਚੰਗੀ ਭਾਵਨਾ ਨਾਲ ਆਏ ਹੋ ਅਤੇ ਤੁਸੀਂ ਹੋਰ ਚੰਗੀ ਸਿੱਖਿਆ ਲੈ ਕੇ ਚੰਗੇ ਇਨਸਾਨ ਬਣਨ ਦਾ ਯਤਨ ਕਰਨਾ ਹੈ। ਉਦੋਂ ਸਕੂਲ ਕਾਲਜ ਨਹੀਂ ਹੁੰਦੇ ਸੀ, ਧਰਮ ਸਥਾਨ ਹੀ ਸਕੂਲ ਕਾਲਜ ਦਾ ਰੂਪ ਹੁੰਦੇ ਸਨ ਅਤੇ ਜਿਹੜੇ ਪੁਜਾਰੀ ਸਨ ਲੋਕਾਂ ਨੂੰ ਇਹੋ ਹੀ ਅਕਲ ਵਿੱਦਿਆ ਗਿਆਨ ਜਿੰਨੀ ਕੁ ਉਹਨਾਂ ਨੂੰ ਹੈਗੀ ਸੀ ਉਹ ਦਿੰਦੇ ਸਨ ਅਤੇ ਅੱਗੋਂ ਉਹਨਾਂ ਦੇ ਮੁਤਾਬਕ ਹੀ ਲੋਕ ਕੰਮ ਕਰਦੇ ਸਨ। ਜਿਨ੍ਹਾਂ ਨੇ ਚੰਗੀ ਵਿੱਦਿਆ ਆਪਣੇ ਸਮਾਜ ਨੂੰ ਦਿੱਤੀ ਉਹ ਅੱਗੇ ਤਰੱਕੀ ਕਰ ਗਏ। ਜਿਨ੍ਹਾਂ ਨੇ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪੁਜਾਰੀਆਂ ਨੇ ਪਾਇਆ, ਉਹ ਸਮਾਜ, ਉਹ ਜਮਾਤਾਂ, ਉਹ ਲੋਕ ਪਛੜ ਗਏ ਨੇ। ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ। ਸਾਡੇ ਜਿਹੜੇ ਧਰਮ ਪ੍ਰਚਾਰਕ ਨੇ, ਜੇ ਸੱਚਮੁੱਚ ਹੀ ਦਿਆਨਤਦਾਰ, ਲਾਇਕ, ਵਿਦਵਾਨ, ਚੰਗੇ ਪੜ੍ਹੇ ਲਿਖੇ ਹੋਣ ਤਾਂ ਸਾਨੂੰ ਚੰਗੀ ਮੱਤ ਦੇਣਗੇ, ਨਹੀਂ ਤਾਂ ਉਹ ਵੀ ਸਾਨੂੰ ਕੁਰਾਹੇ ਪਾਉਣਗੇ ਅਤੇ ਕੁਰਾਹੇ ਪਾ ਰਹੇ ਨੇ। ਬਹੁਤ ਹੱਦ ਤੱਕ ਸਿੱਖ ਪੰਥ ਕੁਰਾਹੇ ਪੈ ਚੁੱਕਿਆ ਹੋਇਆ ਹੈ। ਗੁਰਬਾਣੀ ਦੇ ਤਾਂ ਨੇੜੇ ਤੇੜੇ ਵੀ ਆਮ ਸਿੱਖ ਨਹੀਂ ਹੈ। ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਉਹਦੇ ਤੋਂ ਕਮਾਈਆਂ ਕਰਦੇ ਨੇ, ਆਮ ਸਿੱਖ ਨੂੰ ਕੁਰਾਹੇ ਪਾਉਂਦੇ ਨੇ ਅਤੇ ਲੁੱਟ ਕੇ ਖਾਂਦੇ ਨੇ। ਇਹ ਬਹੁਤ ਕੁਝ ਵਾਪਰ ਗਿਆ। ਅਸੀਂ ਸੱਚੀ ਮੁੱਚੀ ਦੀ ਸਤ ਸੰਗਤ ਅਤੇ ਸਾਧ ਸੰਗਤ ਬਣਨਾ ਹੈ, ਭਾਵ ਕਿ ਦਿਮਾਗ ਨੂੰ, ਮਨ ਨੂੰ ਸਾਧਿਆ ਹੋਇਆ, ਸ਼ਾਂਤ ਕੀਤਾ ਹੋਇਆ ਚੰਗਾ ਇਨਸਾਨ ਬਣਨਾ ਹੈ, ਚੰਗਾ ਸਿੱਖ ਬਣਨਾ ਹੈ। ਇਹਦੇ ਕਹਿਣ ਦਾ ਤਾਂ ਮਤਲਬ ਇਹੀ ਹੈ ਅਤੇ ਗੁਰੂ ਨੇ ਸਾਨੂੰ ਚੰਗੇ ਇਨਸਾਨ, ਚੰਗੇ ਸਿੱਖ ਬਣਾਉਣ ਦਾ ਉਪਰਾਲਾ ਕੀਤਾ। ਗੁਰਬਾਣੀ ਦੇ ਵਿੱਚ ਇਹੀ ਉਪਦੇਸ਼ ਨੇ ਸਾਰੇ। ਇਹਨਾਂ ਗੱਲਾਂ ਦਾ ਸਦਾ ਧਿਆਨ ਰੱਖਣਾ ਹੈ।